ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਗਿੱਧਾ ਸਾਹਿਬ ਵੈਲਕਮ ਜੀ, ਆਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ ਚਾਵਲਾ ਸਾਹਿਬ, ਸਤਿ ਸ੍ਰੀ ਅਕਾਲ ਸਾਰੇ ਦਰਸ਼ਕਾਂ ਨੂੰ ਜੀ। ਸਤਿ ਸ੍ਰੀ ਅਕਾਲ ਅੰਜੂ ਜੀ। ਸਤਿ ਸ੍ਰੀ ਅਕਾਲ ਗਿੱਧਾ ਸਾਹਿਬ ਜੀ, ਕੀ ਹਾਲ ਚਾਲ ਹੈ ਜੀ? ਹਾਂ ਅੰਜੂ ਜੀ ਬਹੁਤ ਵਧੀਆ, ਬਹੁਤ ਵਧੀਆ। ਹੋਰ ਚਾਵਲਾ ਸਾਹਿਬ ਠੀਕ ਠਾਕ ਹੋ? ਵਧੀਆ। ਅੱਜ ਬੜੀਆਂ ਡੱਬੀਆਂ ਵਾਲੀਆਂ ਪਾ ਗਈਆਂ ਆਪਾਂ ਨੇ, ਹੈ ਮੈਚ ਹੋ ਗਿਆ ਕੰਮ। ਛੱਬੀਆਂ ਪੈ ਗਈਆਂ। ਹਾਂ ਅੰਜੂ ਜੀ ਬੈਠੇ ਨੇ ਫੁੱਲਾਂ ਦੇ ਵਿੱਚ ਜੀ। ਹੁਣ ਬਾਹਰ ਦਾ ਮੌਸਮ ਹੈ ਨਾ, ਬਾਗੋਂ में बाहर है। क्या बात है। ਇਹਨੂੰ ਕਹਿੰਦੇ ਹਾਜ਼ਰ ਜਵਾਬੀ ਹੈ। ਅੱਛਾ, ਸ਼ਹੀਦੀ ਗੁਰਪੁਰਬ ਬਾਬਾ ਬੰਦਾ ਸਿੰਘ ਬਹਾਦਰ ਜੀ ਦਾ ਪਿਛਲੇ ਦਿਨੀ ਜਿਹੜਾ ਹੈ ਕਿਸਾਨਾਂ ਨੇ ਵੀ ਮਨਾਇਆ, ਆਪਾਂ ਵੀ ਜੋਰਾਂ ਸ਼ੋਰਾਂ ਦੇ ਨਾਲ। ਬੜੀ ਹਿਸਟਰੀ ਸਾਰੀ ਦੱਸੀ ਸੀ ਆਪਾਂ। ਹਾਂਜੀ। ਔਰ 305 ਵਰੇ ਪਹਿਲਾਂ ਜਿਸ ਤਰੀਕੇ ਨਾਲ ਦਿੱਲੀ ਦੀਆਂ ਗਲੀਆਂ ਦੇ ਵਿੱਚ ਜੋ ਗੁਰਦਾਸ ਨੰਗਲ ਦੀ ਗਾੜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਲੈ ਕੇ ਗਏ, ਜਦੋਂ ਇਹੋ ਜਿਹੀ ਕੋਈ ਗੱਲ ਹੁੰਦੀ ਨਾ, ਪਤਾ ਨਹੀਂ ਮੇਰੇ ਕੁਆੜ ਖੁੱਲ੍ਹ ਜਾਂਦੇ। ਮੈਨੂੰ ਲੱਗਦਾ ਕਿ ਮੈਂ ਘੰਟਿਆਂ ਬੱਧੀ ਬੋਲ ਸਕਦਾ, ਕਿਉਂਕਿ ਪੜ੍ਹਿਆ ਹੈ ਨਾ। ਤੇ ਫਿਰ ਜਦੋਂ ਪੜ੍ਹਿਆ ਹੋਵੇ ਤੇ ਟਿਕਾਣੇ ਤੇ ਜਦੋਂ ਤੁਹਾਡੇ ਐ ਕੰਪਿਊਟਰ ਦੀ ਉਸ ਕੀ ਕਹਿੰਦੇ ਹੁੰਦੇ ਜਿੱਥੇ ਬਹਿ ਜਾਂਦਾ ਨਾ, ਫਿਰ ਖੁੱਲ੍ਹਣਾ ਸ਼ੁਰੂ ਹੋ ਜਾਂਦਾ। ਸੋ ਸੀਨ ਯਾਦ ਆਉਂਦਾ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਿਹੋ ਜਿਹਾ ਸੀਨ ਹੋਊਗਾ। ਜਲੂਸ ਲਫ਼ਜ਼ ਨਗਰ ਕੀਰਤਨਾਂ ਦੇ ਵਿੱਚ ਜਲੂਸ ਲਫ਼ਜ਼ ਵਰਤਿਆ ਜਾਂਦਾ ਸੀ। ਅੱਜ ਸਾਡੇ ਕੁਝ ਉਸ ਚੀਜ਼ ਨੂੰ ਥੋੜ੍ਹਾ ਜਿਹਾ ਭੈੜਾ ਮੰਨਦੇ ਨੇ। ਗੁਰਦਾਸ ਨੰਗਲ ਦੀ ਅੱਖਾਂ ਬੰਦ ਕਰਕੇ ਕਿਤੇ ਉਹ ਸੀਨ ਚੇਤੇ ਕਰੋ ਕਿ ਜਦੋਂ 8.5 ਮਹੀਨੇ ਘੇਰਾ ਪਿਆ ਤੇ ਅੰਦਰ ਖਾਣਾ ਵੀ ਹੈ ਨਹੀਂ, ਤੇ ਕਿਵੇਂ ਗੁਜ਼ਾਰਾ ਕੀਤਾ ਹੋਊਗਾ ਉਹਨਾਂ ਨੇ, ਹੈ ਨਾ। ਕਿਵੇਂ ਉਹਨਾਂ ਨੇ ਆਪਣੇ ਪੱਟਾਂ 'ਚੋਂ ਮਾਸ ਕੱਢ ਕੇ ਆਪਣੇ ਬੱਚਿਆਂ ਨੂੰ ਖਵਾਇਆ, ਕਿਵੇਂ ਉਹਨਾਂ ਨੇ ਰੋਟੀਆਂ ਖਾਧੀਆਂ ਹੋਣਗੀਆਂ, ਕਿਵੇਂ ਉਹਨਾਂ ਨੇ ਗੁਜ਼ਾਰਾ ਕੀਤਾ ਹੋਊਗਾ, ਹੈ ਨਾ। ਅਤੇ ਕਿਵੇਂ ਉਹ ਅੱਧਮਏ ਹੋਣਗੇ, ਕਿਵੇਂ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਮਤਲਬ ਮੁਕਾਬਲਾ ਕੀਤਾ ਦੁਸ਼ਮਣਾਂ ਦਾ। ਇੱਕ ਪਾਸੇ ਦੁੰਬੇ ਖਾਣੇ ਬਾਹਰ, ਇੱਕ ਪਾਸੇ ਤਨਖਾਹਾਂ ਲੈ ਕੇ ਜੋ ਮਿਲ ਗਿਆ ਉਹਨਾਂ ਦਾ, ਲੁੱਟਣ ਵਾਲੇ ਮਾਰਨ ਵਾਲੇ, ਕੋਈ ਉਹਨਾਂ 'ਤੇ ਕਾਨੂੰਨ ਨਹੀਂ। ਇੱਕ ਪਾਸੇ ਅੰਦਰ ਘਿਰੇ ਹੋਏ ਨੇ ਗੁਰੂ ਦੇ ਲਾਡਲੇ ਸਿੰਘ ਮਰਜੀਵੜੇ। ਅਤੇ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਅੱਗੇ ਬਿੱਲੀ ਮਾਰ ਕੇ ਟੰਗੀ ਹੈ, ਲੈ ਕੇ ਜਾ ਰਹੇ ਨੇ ਪਿੱਛੇ ਗੱਡਿਆਂ 'ਤੇ ਉਹਨਾਂ ਪਰਿਵਾਰਾਂ ਦੇ ਜਿਹੜੇ ਕੱਲ੍ਹ ਉਹਨਾਂ ਨਾਲ ਖੇਡਦੇ ਸੀ, ਹੱਸਦੇ ਸੀ, ਮਲਦੇ ਸੀ, ਉਹਨਾਂ ਦੇ ਸਿਰ ਰੱਖੇ ਹੋਏ ਨੇ, ਧੜ ਰੱਖੇ ਹੋਏ ਨੇ। ਅੱਗੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਪਿੰਜਰੇ 'ਚ ਕੈਦ ਕੀਤਾ ਹੋਇਆ, ਉਹਨਾਂ ਦਾ ਛੋਟਾ ਜਿਹਾ ਬੱਚਾ, ਉਹਨਾਂ ਦਾ ਪਰਿਵਾਰ ਅੱਗੇ ਬਿੱਲੀ ਮਾਰ ਕੇ ਟੰਗੀ ਹੋਈ ਹੈ ਅਤੇ ਲਲਕਾਰੇ ਮਾਰਦੇ ਜਾ ਰਹੇ ਨੇ। ਪਰ ਬਾਬਾ ਬੰਦਾ ਸਿੰਘ ਬਹਾਦਰ ਤੋਂ ਡਰੇ ਹੋਏ ਨੇ, ਉਹਦੇ ਲਾਗੇ ਨਹੀਂ ਜਾਂਦੇ। ਏਡੇ ਬਹਾਦਰ ਸੂਰਮੇ ਇਤਿਹਾਸ ਨੂੰ ਪੜ੍ਹੀਏ ਤਾਂ। ਹਾਂਜੀ। ਕੀ ਉਹਨਾਂ ਨੇ ਉਹਨਾਂ ਨੂੰ ਕਿਤੇ ਪਰੌਂਠੇ ਥੋੜ੍ਹੀ ਖਵਾਏ ਹੋਣਗੇ ਵੀ ਤੁਹਾਨੂੰ ਫੜ ਲਿਆ ਤੇ ਹੁਣ ਦਿੱਲੀ ਲੈ ਕੇ ਚੱਲੇ ਆ। ਅਸੀਂ ਗੱਡੀਆਂ 'ਚ ਜਾਣਾ ਹੋਵੇ ਨਾ ਦਿੱਲੀ, ਅੰਮ੍ਰਿਤਸਰੋਂ ਚੱਲੋ, ਆਖਰੀ ਤੇ ਇਹੀ ਪੈਂਦਾ ਨਾ। ਦਿੱਲੀ ਜਾਣਾ ਹੋਵੇ ਤੇ 2 ਦਿਨ ਪਹਿਲਾਂ ਅਸੀਂ ਤਿਆਰੀਆਂ ਕਰਦੇ ਹਾਂ। ਹੁਣ ਤਾਂ ਸੋਹਣੇ ਢਾਬੇ ਬਣ ਗਏ ਨੇ, ਉਹਨਾਂ ਢਾਬਿਆਂ 'ਤੇ ਰੋਕ ਕੇ ਅਸੀਂ ਪੇਟ ਪੂਜਾ ਕਰਦੇ ਹਾਂ 2-3 ਵਾਰੀ। ਅਤੇ ਗੁਰਦਾਸ ਨੰਗਲ ਦੀ ਗੜੀ 'ਚੋਂ ਜਦੋਂ ਉਹਨਾਂ ਨੂੰ ਲੈ ਕੇ ਗਏ, ਉਹਨੇ ਰਸਤੇ ਦੇ ਵਿੱਚ ਪਾਣੀ ਪਿਆ ਹੋਊਗਾ ਕਿਸੇ ਨੇ, ਛਬੀਲਾਂ ਤਾਂ ਨਹੀਂ ਲਾਈਆਂ ਹੋਣਗੀਆਂ, ਲੰਗਰ ਤਾਂ ਨਹੀਂ ਲਾਏ ਹੋਣਗੇ। ਕੀ ਹਾਲ ਹੋਊਗਾ ਉਹਨਾਂ ਦਾ, ਵੇਖੋ ਤੁਸੀਂ ਕਿੰਨਾ ਸਿਦਕ ਵਾ, ਸਿਰੜਾ। ਫਿਰ ਵੀ ਉਹਨਾਂ ਨੇ ਧਰਮ ਨਹੀਂ ਹਾਰਿਆ। ਪਰ ਮਾਫ਼ ਕਰਨਾ, ਜੋਗਾ ਸਿੰਘ ਜੋਗੀ ਉਹਨਾਂ ਦੀ ਗੱਲ ਯਾਦ ਆ ਜਾਂਦੀ, ਜੇ ਜਹੇਦਾਰ ਹੁੰਦੇ ਕਹਿਣਾ ਸੀਗਾ, ਸਾਹਿਬ ਬਹਾਦਰ ਜੋ ਕਰਾਉਣਾ ਕਰਾਓ, ਸਾਨੂੰ ਬਖਸ਼ੋ। ਅੱਜ ਸਿੱਖੀ ਦੇ ਵਿੱਚ ਦਾੜੇ ਵਾਲਿਆਂ ਨੇ ਆਪਣਾ ਧਰਮ ਤਬਦੀਲ ਕੀਤਾ ਹੋਇਆ, ਅੰਦਰੋਂ ਕੁਝ ਹੋਰ, ਬਾਹਰੋਂ ਕੁਝ ਹੋਰ। ਅਤੇ ਇਹਨਾਂ ਦੀਆਂ ਮਾਰਾਂ ਦੇ ਉੱਤੇ ਮੁੱਛਾਂ ਨੂੰ ਵੱਟ ਦੇ ਕੇ ਅਤੇ ਇਹ ਵੱਡੇ ਲਲਕਾਰੇ ਮਾਰਦੇ ਨੇ। ਅੱਖਾਂ ਬੰਦ ਕਰਕੇ ਸੀਨ ਨੂੰ ਵੇਖੋ ਤੁਸੀਂ। ਤੁਰੇ ਚੱਲੋ ਗੁਰਦਾਸ ਨੰਗਲ ਦੀ ਗੜੀ 'ਚੋਂ ਦਿੱਲੀ ਵਾਲੇ ਪਾਸੇ, ਉੱਥੇ ਹਰ ਰੋਜ਼ 100 ਸਿੱਖ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਹਮਣੇ ਸ਼ਹੀਦ ਕੀਤਾ ਜਾ ਰਿਹਾ। ਉਹਦੇ ਪੁੱਤਰ ਦਾ ਕਲੇਜਾ ਕੱਢ ਕੇ ਉਹਦੇ ਮੂੰਹ 'ਚ ਪਾ ਦਿੱਤਾ ਗਿਆ। ਹੋਰ ਕਿੰਨੇ ਤਸੀਹੇ ਦਿੱਤੇ ਗਏ ਹੋਣਗੇ, ਉਹਨਾਂ ਨੇ ਸਿਦਕ ਨਹੀਂ ਹਾਰਿਆ। ਉਹ ਸੀ ਗੁਰੂ ਦਾ ਬੰਦਾ ਬਾਬਾ ਬੰਦਾ ਸਿੰਘ ਬਹਾਦਰ। ਅਤੇ ਸੋ ਕਾਲ ਸਾਡੇ ਵਿੱਚ ਵੀ ਬੜੇ ਨੇ ਅੱਜ, ਬੜਾ ਗਦਾਰਾਂ ਦੀ ਲਿਸਟ ਬੜੀ ਲੰਬੀ ਹੈ, ਕੜਾਹ ਖਾਣਿਆਂ ਦੀ ਲਿਸਟ ਬੜੀ ਲੰਬੀ ਹੈ, ਪਰ ਵਿਖਾਵੇ ਦੇ ਨੇ। ਕੀ ਕਹਿਣਾ ਚਾਹੋਗੇ? ਮੇਰੇ ਕੋਲ ਤਾਂ ਹੁਣ ਲਫ਼ਜ਼ ਬਹੁਤ ਨੇ, ਛੋਟੇ ਲਫ਼ਜ਼ ਨੇ, ਗੱਲ ਵੱਡੀ ਆ। ਸ਼ਬਦਾਂ ਦੀ ਜੇ ਗੱਲ ਕਰਾਂਗੇ, ਸ਼ਬਦ ਬੜੇ ਛੋਟੇ ਹੁੰਦੇ ਆ, ਪਰ ਸ਼ਬਦ ਕਹਿਣੇ ਪੈਂਦੇ ਆ। ਬਾਬਾ ਬੰਦਾ ਸਿੰਘ ਬਹਾਦਰ ਜਦੋਂ ਨਾ ਗੁਰਦਾਸਪੁਰ ਗੜੀ ਤੁਸੀਂ ਗੱਲ ਕੀਤੀ ਹੈ ਚਾਵਲਾ ਸਾਹਿਬ, ਉੱਥੇ ਨਾ ਸਿੰਘਾਂ ਦੇ ਨਾ ਜਿਹੜੇ ਸਰੀਰ ਸੀ, ਜਿਵੇਂ ਦੱਸਦੇ ਇਤਿਹਾਸਕਾਰ, ਉਹ ਜਿੱਦਾਂ ਨਾ ਤੀਰ ਦਾ ਚੰਦ ਹੁੰਦਾ ਹੈ, ਇਹਦਾ ਕਹਿੰਦੇ ਹੁੰਦੇ ਸੀਗੇ।
ਤੀਰ ਦੇ ਚੰਦਵਾਨ ਝੁੱਗੇ ਸੀ ਸਰੀਰ, ਇੰਨਾ ਜ਼ਿਆਦਾ ਕਮਜ਼ੋਰ। 8-9 ਮਹੀਨੇ ਰਹਿਣਾ ਉੱਥੇ ਤੇ ਬੰਦ, ਤੇ ਫਿਰ ਵੀ ਡਰਦੀ ਸੀ ਮੁਗਲ ਫੌਜ। ਫਿਰ ਵੀ ਡਰਦੀ ਸੀ। ਫਿਰ ਵੀ ਉਹਨਾਂ ਨੇ ਕੁਰਾਨ ਸ਼ਰੀਫ ਦੇ ਉੱਤੇ ਸੌਂਹਾਂ ਖਾ ਕੇ ਭੇਜੀਆਂ ਸੀ ਅਬਦੁਲ ਸਮਦ ਖਾਨ ਨੇ। ਅਬਦੁਲ ਸਮਦ ਫਿਰ ਆਪਣੇ ਪੁੱਤ ਨੂੰ ਅੱਗੇ ਲਾਤਾ। ਅਸੀਂ ਤੈਨੂੰ ਕੁਝ ਨਹੀਂ ਕਹਿੰਦੇ, ਤੂੰ ਬਾਹਰ ਆਇਆ ਬਸ। ਉਹ ਗੱਲ ਵੱਖ ਹੈ ਕਿ ਦਿੱਲੀ ਦੇ ਬਾਦਸ਼ਾਹ ਨੇ ਫਿਰ ਜ਼ਕਰੀਆ ਖਾਨ ਉਹਦੇ ਮੁੰਡੇ ਨੂੰ ਹੀ ਉਹਨੂੰ ਦੇ ਦਿੱਤੀ ਸੀ ਕਮਾਨ ਵੀ, ਸਮੁੰਦਰ ਖਾਨ ਜਾਏਗਾ ਲਾਹੌਰ ਦੇ ਵਿੱਚ, ਤੇ ਤੇਰਾ ਮੁੰਡਾ ਜ਼ਕਰੀਆ ਖਾਨ ਲੈ ਕੇ ਆ ਗਿਆ ਇਹਨੂੰ ਬੰਦਾ ਸਿੰਘ ਬਹਾਦਰ ਨੂੰ। ਉਹ ਹਾਲਾਤ ਅਸਲ ਚੱਲ ਰਿਹਾ। ਡਰਦੇ ਪਤਾ ਕਿਉਂ ਸੀਗੇ? ਡਰਨ ਦੇ ਪਿੱਛੇ ਬਹੁਤ ਵੱਡਾ ਕਾਰਨ ਇਹ ਸੀਗਾ ਕਿ ਜਿੱਥੇ ਵੀ ਘੇਰਾ ਪਿਆ ਬਾਬਾ ਬੰਦਾ ਸਿੰਘ ਬਹਾਦਰ ਨੂੰ, ਉੱਥੇ ਹੀ ਉਹ ਸ਼ਾਈਮਾਈ ਹੋ ਗਏ, ਅਲੋਪ ਹੀ ਹੋ ਗਏ। ਪਤਾ ਗੁਰੀਲਾ ਜੰਗ ਲੜ ਕੇ ਨਿਕਲਦੇ ਸੀ ਉਹ। ਬੜਾ ਕਮਾਲ ਦੀ ਗੱਲ। ਕੋਈ ਕਈ ਲੋਕ ਵਹਿਮਾਂ ਦੀ ਗੱਲ ਉਹਨੂੰ ਵਹਿਮ ਦੇ ਨਾਲ ਜੋੜ ਲੈਂਦੇ ਆ ਗੱਲ, ਪਰ ਫੌਜਾ ਸਿੰਘ ਵਰਗੇ, ਗੰਡਾ ਸਿੰਘ ਵਰਗੇ ਇਤਿਹਾਸਕਾਰ ਜੋ ਲਿਖਦੇ ਆ ਨਾ, ਨਹੀਂ ਤੇ ਫਿਰ ਗੱਲ ਥੋੜੀ ਜ਼ਿਕਰ ਵੀ ਕਰਨੀ ਬਣਦੀ ਹੈ। ਜੇ ਇੱਥੇ ਫੁੱਲ ਸਟਾਪ ਲਾ ਕੇ ਉਹ ਅਕਲ ਦੇ ਅੰਨੇ ਜੇ ਇਹ ਕਹਿਣ ਕਿ ਬਾਬਾ ਬੰਦਾ ਸਿੰਘ ਬਹਾਦਰ ਜੇ ਪਹਿਲਾਂ ਸੂਈ ਹੋ ਸਕਦੇ ਸੀ ਤਾਂ ਮੱਖੀ ਬਣ ਕੇ ਉਹ ਹੁਣ ਨਹੀਂ ਸੀ ਉੱਡ ਸਕਦੇ। ਆਪਣੇ ਸਾਥੀਆਂ ਨੂੰ ਨਹੀਂ ਨਾਲ, ਆਪਣੇ ਪਰਿਵਾਰ ਨੂੰ ਤਾਂ ਲੈ ਕੇ ਜਾ ਹੀ ਸਕਦਾ, ਆਪ ਨਹੀਂ ਸੀ ਨਿਕਲ ਸਕਦਾ। ਜੇ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਤਾੜੀ ਮਾਰ ਕੇ ਮੁਗਲਾਂ ਨੂੰ ਵੰਗਾਰ ਕੇ ਨਿਕਲ ਸਕਦੇ ਨੇ ਵੀ ਚੱਲਿਆ ਜੇ ਸਿੱਖਾਂ ਦਾ ਗੁਰੂ ਆ ਜਾਓ, ਜਿਹਨੇ ਫੜਨਾ ਫੜ ਲਓ, ਹਣੀ ਉਹ ਆਪਣੇ ਸਾਹਮਣੇ ਆਪਣੇ ਪੁੱਤਰਾਂ ਨੂੰ ਸ਼ਹੀਦ ਕਰਵਾ ਸਕਦਾ ਹੈ। ਉਹਨਾਂ ਦੀਆਂ ਲਾਸ਼ਾਂ ਦੇ ਉੱਤੇ ਉਹ ਕਫਨ ਨਹੀਂ ਪਾਉਂਦਾ, ਢੱਕਦਾ ਨਹੀਂ, ਕਿਉਂਕਿ ਇਤਿਹਾਸ ਕਹਿੰਦਾ ਵੀ ਜੇ ਮੈਂ ਇਹ ਦੋ ਢੱਕ ਦਿੱਤੀਆਂ ਤੇ ਫਿਰ ਆਉਣ ਵਾਲਾ ਸਮਾਂ ਕਹੇਗਾ ਕਿ ਗੁਰੂ ਗੋਬਿੰਦ ਸਿੰਘ ਕਲਗੀਧਰ ਪਿਤਾ ਨੇ ਪੁੱਤ ਹੋਰ ਸਮਝੇ, ਸਿੱਖ ਹੋਰ ਸਮਝੇ। ਸੋ ਬਾਬਾ ਬੰਦਾ ਸਿੰਘ ਬਹਾਦਰ ਤਾਂ ਥਾਪੜਾ ਸੀ ਗੁਰੂ ਕਲਗੀਆਂ ਵਾਲੇ ਦਾ। ਸੋ ਇਹਨੇ ਫਰਤੀਲੇ ਸਨ, ਇਹਨੇ ਯੋਧੇ ਸਨ, ਇਹਨਾਂ ਉਹ ਫਰਤੀਲਾ ਸੀ ਕਿ ਨਿਕਲ ਜਾਂਦਾ ਸੀ। ਇਤਿਹਾਸ ਦੇ ਵਿੱਚ ਬਹੁਤ ਕੁਝ ਹੋਰ ਪੜ੍ਹਨ ਨੂੰ ਮਿਲਦਾ ਹੈ, ਪਰ ਸਾਡੇ ਆਪਣਿਆਂ ਨੇ ਹੀ ਬੇੜੀਆਂ ਡੋਬੀਆਂ ਹੋਈਆਂ ਨੇ। ਗਦਾਰਾਂ ਦੀ ਕੋਈ ਲਿਸਟ ਘੱਟ ਥੋੜ੍ਹੀ ਹੈ ਕੜਾਹ ਖਾਣਿਆਂ ਦੀ। ਕੀ ਕਹਿਣਾ ਚਾਹੋਗੇ ਤੁਸੀਂ ਅੱਗੇ? ਬੇਇਨਸਾਫੀ ਕੀਤੀ ਹੈ ਸਿੱਖ ਕੌਮ ਨੇ, ਜੋ ਕਿ ਸਿੱਖ ਕੌਮ ਨੇ ਬਾਬਾ ਸਿੰਘ ਬਹਾਦਰ ਨੂੰ ਬੜੀ ਵੱਡੀ ਬੇਇਨਸਾਫੀ ਕੀਤੀ ਹੈ। ਕੁਝ ਕੁ ਲੋਕਾਂ ਵੱਲੋਂ ਜਿਹੜੇ ਕਿ ਚਲੋ ਬੰਦੇ ਹੀ ਸਿੱਖਾਂ ਦੀ ਤੇ ਉਹਨਾਂ ਦੀ ਆਪਸ ਚ ਜਿਹੜੀ ਕਥਾ ਉਹਨਾਂ ਦੀ ਆਪਸ ਚ ਬੋਲੀ ਬਾਲੀ ਜੋ ਸੀਗਾ ਰੋਲ ਕਰਨਾ, ਬੰਦਾ ਸਿੰਘ ਬਹਾਦਰ ਨੂੰ ਕਹਿੰਦੇ ਵੀ ਉਹ 11ਵਾਂ ਗੁਰੂ ਬਣ ਗਿਆ ਸੀਗਾ। ਇਹੋ ਜਿਹੀਆਂ ਗੱਲਾਂ ਕਰਕੇ ਨਾ ਬੰਦਾ ਸਿੰਘ ਬਹਾਦਰ ਦੀ ਸ਼ਖਸੀਅਤ ਨੂੰ ਹੁਣ ਤੱਕ ਕਲੰਕਿਤ ਕੀਤਾ ਜਾਂਦਾ ਹੈ। ਉਹ ਗੱਲ ਵੱਖ ਹੈ ਕਿ ਪਿਛਲੇ ਸਮੇਂ ਤੋਂ ਬੰਦਾ ਸਿੰਘ ਬਹਾਦਰ ਦੀ ਗੱਲ ਵੱਡੇ ਪੱਧਰ ਤੇ ਹੋਣ ਲੱਗੀ ਆ, ਤੇ ਉਹ ਪਤਾ ਨਹੀਂ ਕੌਣ ਲੋਕ ਹੁੰਦੇ ਆ ਜਿਹੜੇ ਕਿ ਇਹੋ ਜਿਹੇ ਮਹਾਨ ਜਿਹੜੀਆਂ ਹਸਤੀਆਂ ਨੇ, ਮਹਾਨ ਲੋਕ ਹੁੰਦੇ ਆ, ਉਹਨਾਂ ਤੇ ਮੋਹਨ ਦੀ ਗੱਲ ਕਰਕੇ ਬੜੇ ਵੱਡੇ ਅੰਕੁਸ਼ ਲਾ ਦਿੰਦੇ ਆ। ਬੰਦਾ ਸਿੰਘ ਬਹਾਦਰ ਨਾਲ ਬੇਇਨਸਾਫੀ ਹੋਈ ਹੈ, ਹੁਣ ਇਨਸਾਫ ਹੁਣ ਹੋ ਰਹੀ ਹੈ। ਵੈਸੇ ਤਾਂ ਜਾਗਰਤੀ ਪੈਦਾ ਹੋ ਰਹੀ ਹੈ ਲੋਕਾਂ 'ਚ, ਕਿਦਾ ਸਾਹਿਬ ਜਾਗਰਤੀ ਪੈਦਾ ਹੋ ਰਹੀ ਹੈ। ਅਸੀਂ ਛੋਟੇ ਹੁੰਦੇ ਸਾਡੀ ਕਥਾਵਾਚਕ ਆਉਂਦੇ ਸੀ, ਮਾਨਸਿਕਤਾ ਬਦਲ ਦਿੰਦੇ ਸੀ। ਗੁਰੂ ਨਾਨਕ ਮਹਾਰਾਜ ਜੀ ਮੱਕੇ ਗਏ ਨੇ, ਉੱਥੇ ਮੱਕਾ ਘੁਮਾ ਦਿੱਤਾ। ਬਿਲਕੁਲ ਉਹ ਕਹਿੰਦੇ ਹਿਸਾਬ ਨਾਲ ਸੀ ਕਿ ਵਾਕਈ ਹੀ ਗੁਰੂ ਨਾਨਕ ਮਹਾਰਾਜ ਇੰਨੇ ਪਾਵਰਫੁਲ ਸਨ ਕਿ ਉਹਨੇ ਮੱਕੇ ਦੀ ਬਿਲਡਿੰਗ ਨੂੰ ਘੁਮਾ ਦਿੱਤਾ। ਨਹੀਂ, ਉੱਥੇ ਬੈਠੇ ਹੋਏ ਉਸ ਮੌਲਵੀ ਨੂੰ ਕਿਹਾ ਕਿ ਮੇਰੀਆਂ ਲੱਤਾਂ ਵੀ ਉਧਰ ਕਰ ਦੇ, ਜਿੱਧਰ ਗੁਰੂ ਦਾ ਦਰ ਨਹੀਂ ਹੈ, ਰੱਬ ਦਾ ਘਰ ਨਹੀਂ ਹੈ। ਉਹ ਮੌਲਵੀ ਵੀ ਕਿੱਡਾ ਸੂਝਵਾਨ ਹੋਊਗਾ, ਉਹ ਮੌਲਵੀ ਵੀ ਕਿੱਡਾ ਪਹੁੰਚਿਆ ਹੋਊਗਾ ਕਿ ਇਹ ਨਹੀਂ ਬਈ ਇਹ ਤਾਂ ਰੱਬ ਆਇਆ, ਕੋਈ ਇਹ ਤਾਂ ਕੋ ਪਹੁੰਚਿਆ ਹੋਇਆ ਆ ਜਿੰਨੇ ਮੈਨੂੰ ਇਹ ਲਫ਼ਜ਼ ਕਹਿ ਦਿੱਤੇ ਨੇ। ਨਹੀਂ ਤੇ ਉਹਦੀ ਇੱਕ ਗੱਲ ਕਹਿਣ ਦੇ ਉੱਤੇ ਕਿਹਦੀ ਹਿੰਮਤ ਕਿਹਦੀ ਸੀ ਕਿ ਮੱਕੇ ਵੱਲ ਨੂੰ ਚਲੋ, ਉੱਥੇ ਜਿਹੜੀ ਉਹਨਾਂ ਦੀ ਦਰਗਾਹ ਪੂਜਨਿਕ ਜਗ੍ਹਾ, ਉੱਥੇ ਲੱਤਾਂ ਕਰਕੇ ਕੋਈ ਆਮ ਬੰਦਾ ਤਾਂ ਪੈ ਹੀ ਨਹੀਂ ਸਕਦਾ। ਪਤਾ ਸੀ ਕਿ ਅਗਲੇ ਨੇ ਟੋਟੇ ਕਰਕੇ ਪਰਾਂ ਮਾਰਨਾ ਹੈ। ਅੱਜ ਜੇ ਅਸੀਂ ਉਸ ਚੀਜ਼ ਨੂੰ ਸੁਣਦੇ ਹਾਂ ਤੇ ਅਸੀਂ ਕਹਿੰਦੇ ਹਾਂ ਕਿ ਉਹਦੇ ਵਿਚਾਰਾਂ ਨੂੰ ਘੁਮਾ ਦਿੱਤਾ, ਮੱਕੇ ਦੇ ਉਸ ਮੌਲਵੀ ਦੇ ਵਿਚਾਰਾਂ ਨੂੰ ਬਦਲ ਦਿੱਤਾ। ਵੀ ਵਾਕਈ ਇਹ ਤਾਂ ਕੋਈ ਪਹੁੰਚਿਆ ਹੋਇਆ ਰੱਬ ਦਾ ਬੰਦਾ ਹੈ, ਕੋਈ ਅੱਲਾ ਦਾ ਬੰਦਾ ਹੈ ਜਿਹੜਾ ਇਹ ਮੈਨੂੰ ਨਸੀਹਤਾਂ ਦੇ ਰਿਹਾ। ਸਮਝ ਲੱਗੀ ਨਾ ਮੇਰੀ ਗੱਲ? ਸੱਚ ਇਹ ਆ। ਤੇ ਜੇ ਬਾਬਾ ਬੰਦਾ ਸਿੰਘ ਬਹਾਦਰ ਪਹਿਲਾਂ ਨਿਕਲ ਜਾਂਦੇ ਸਨ, ਛੂਈ ਹੋ ਜਾਂਦੇ ਸੀ, ਤੇ ਫਿਰ 8.5 ਮਹੀਨੇ ਘੇਰਾ ਪਾਉਣ ਤੋਂ ਬਾਅਦ ਜਦੋਂ ਉਹਨਾਂ ਦੀ ਆਪਸ ਵਿੱਚ ਬੰਦਈ ਖਾਲਸਾ ਤਤ ਖਾਲਸਾ ਦਾ ਜਿਹੜਾ ਤੁਸੀਂ ਜ਼ਿਕਰ ਕੀਤਾ, ਤੇ ਉੱਥੇ ਤਾਂ ਫਿਰ ਉਹ ਕਹਿੰਦਾ ਵੀ ਚਲੋ ਠੀਕ ਆ ਵੀ ਮੈਂ ਤਾਂ ਫਿਰ ਰਾਤੋਂ ਰਾਤ ਨਿਕਲ ਲੱਗਾ ਆਪਣੇ ਬੰਦਿਆਂ ਨੂੰ ਲੈ ਕੇ। ਫਿਰ ਉੱਥੇ ਵੀ ਤਾਂ ਉਹ ਆਪਣਾ ਦਿਖਾ ਹੀ ਸਕਦਾ ਸੀ ਨਾ ਜਾਦੂ, ਪਰ ਨਹੀਂ। ਕਰਾਮਾਤਾਂ ਤਾਂ ਗੁਰੂ ਘਰ ਦੇ ਵਿੱਚ ਹੈ ਹੀ ਨਹੀਂ ਨਾ। ਤੇ ਸਾਡਾ ਹੁਣ ਜਿਹੜਾ ਵਾ 100 ਕਾਰਡ ਜਿਹੜੇ ਚੰਗੇ ਨੇ ਉਹਨਾਂ ਨੂੰ ਛੱਡ ਕੇ ਜਿਹੜਾ ਚਿੱਟਾ ਜਿਹੜੀ ਸਿਉਂਕ ਲੱਗੀ ਆ ਕੌਮ ਨੂੰ, ਉਹ ਕੰਮ ਹੀ ਇਹੀ ਫੜਿਆ ਹੋਇਆ ਵੀ ਨਹੀਂ ਵੀ ਇਹੀ ਕੰਮ ਹੋਣਾ, ਢੱਕਣ ਨੀਲੇ ਨੇ ਚੱਕ ਹੀ ਦੇਣਾ। ਖੰਡੂਰ ਸਾਹਿਬ ਵਾਲੀ ਕਹਾਣੀ ਭੁੱਲ ਗਏ ਜਦੋਂ ਗੁਰੂ ਸਾਹਿਬ ਨੂੰ ਉੱਠ ਕੇ ਤੇ ਛਾਬੜੀ ਸਾਹਿਬ ਜਾਣਾ ਪਿਆ ਸੀਗਾ,
ਸੋ ਇਹ ਬੜੀ ਲੰਬੀ ਚੌੜੀ ਇਹ ਸਾਡੀ ਜਿਹੜੀ ਹੈ ਨਾ ਕੱਢਣਾ ਪਊਗਾ। ਜਦੋਂ ਕੋਈ ਬੋਲੂਗਾ ਤਾਂ ਵਿਰੋਧ ਮੇਰਾ ਵੀ ਹੋਣਾ, ਤੁਹਾਡਾ ਵੀ ਹੋਣਾ। ਖੈਰ ਆਪਾਂ ਅੱਗੇ ਵੱਧਦੇ ਹਾਂ ਜੀ। ਪਲੀਜ਼ ਕਾਲ ਲੈ ਲਈਏ ਪਹਿਲਾਂ। ਜੀ ਜੀ ਬਿਲਕੁਲ ਜੀ ਵੈਲਕਮ ਜੀ। ਬਾਬਾ ਬੰਦਾ ਸਿੰਘ ਬਹਾਦਰ ਜੀ ਦੇ 305 ਵਰ੍ਹੇ ਪਹਿਲਾਂ ਉਹਨਾਂ ਨੂੰ ਕੋਹ ਕੇ ਜਿਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਇਕੱਲੇ ਉਹਨਾਂ ਨੂੰ ਨਹੀਂ, ਉਹਨਾਂ ਦੇ ਨਾਲ ਜਿੰਨੇ ਵੀ ਸਿੰਘ ਸਿੰਘਣੀਆਂ ਸ਼ਹੀਦ ਹੋਏ ਨੇ, ਬਹਾਦਰ ਸਿਦਕ ਨਹੀਂ ਹਾਰਿਆ ਉਹਨਾਂ ਨੇ, ਧਰਮ ਨਹੀਂ ਛੱਡਿਆ। ਉਹ ਮਹਾਨ ਬਾਬਿਆਂ ਨੂੰ ਸਜਦਾ ਕਰਦੇ ਆ। ਉਹਨਾਂ ਦਾ ਪੁੱਤਰ ਜੈ ਸਿੰਘ, ਉਹਨਾਂ ਦਾ ਕਲੇਜਾ ਕੱਢ ਕੇ ਬਾਪੂ ਦੇ ਮੂੰਹ ਦੇ ਵਿੱਚ ਪਾਇਆ ਗਿਆ, ਫਿਰ ਵੀ ਉਹਨੇ ਸਿਦਕ ਨਹੀਂ ਹਾਰਿਆ। ਕੋਟਨ ਕੋਟ ਪ੍ਰਣਾਮ ਹੈ ਜੀ ਉਹਨਾਂ ਦੇ ਦਹਾੜਿਆਂ ਨੂੰ, ਸ਼ਹੀਦੀ ਗੁਰਪੁਰਬ ਨੂੰ, ਤੇ ਜਿਹੜੇ ਇਹਨਾਂ ਦੇ ਉੱਤੇ ਰੋਟੀਆਂ ਸੇਕਦੇ ਨੇ ਲਾਂਤਾਂ ਦਾ ਟੋਕਰਾ ਉਹਨਾਂ ਨੂੰ। ਹਾਂਜੀ ਵੈਲਕਮ ਜੀ। ਹਾਂਜੀ ਸ਼ਹੀਦੀ ਗੁਰਪੁਰਬ ਨੂੰ ਤੇ ਜਿਹੜੇ ਇਹਨਾਂ ਦੇ ਉੱਤੇ ਰੋਟੀਆਂ ਸੇਕਦੇ ਨੇ ਲਾਂਤਾਂ ਦਾ ਟੋਕਰਾ ਉਹਨਾਂ ਨੂੰ। ਹਾਂਜੀ ਵੈਲਕਮ ਜੀ। ਹਾਂਜੀ ਅਕੀਦਾ ਸਾਹਿਬ ਜੀ ਮੈਂ ਕਹਿੰਦਾ ਸਭ ਤੋਂ ਪਹਿਲਾਂ ਆਪਣੀ ਸ਼ਰਧਾਂਜਲੀ ਪੇਸ਼ ਕਰਦਾ ਬੜੇ ਪਿਆਰ ਨਾਲ, ਸਤਿਕਾਰ ਨਾਲ। ਹਾਂਜੀ ਅਕੀਦਾ ਸਾਹਿਬ ਮੈਂ ਆਪਣੀ ਸ਼ਰਧਾਂਜਲੀ ਪੇਸ਼ ਕਰਦਾ ਬੜੇ ਪ੍ਰੇਮ ਪੂਰਵਕ ਸਤਿਕਾਰ ਪੂਰਵਕ ਬੰਦਿਆ ਪਾਤਰ ਵਾਸਤੇ, ਜਿਹਨੇ ਆਪਣੀ ਜ਼ਮੀਨਾਂ ਵੰਸੀਆਂ ਮਜ਼ਾਰਾਂ ਵਿੱਚ ਉਸ ਮੌਕੇ ਦਿੱਤੇ। ਜੀ ਜੀ ਤੁਸੀਂ ਰੇਡੀਓ ਨਾ ਸੁਣੋ ਜੀ। ਤੇ ਹੈਲੋ ਹਾਂਜੀ ਉਹ ਮੈਂ ਕਿ ਮਤਲਬ ਇਹ ਕਿ ਆਪਣੇ ਕਿ ਇਹਨਾਂ ਨੇ ਸਿੱਖੀ ਦੇ ਰਾਜ ਕਾਇਮ ਕੀਤਾ ਉਸਨੇ, ਤੇ ਕਿਤੇ ਖਾਸ ਕਿ ਉਹ ਬੰਦਾ ਅੱਜ ਕੱਲ੍ਹ ਇੱਥੇ ਹੁੰਦਾ ਆਪਣੇ ਇਸ ਕਿਸਮ ਚ ਆ ਜਾਂਦਾ, ਤੇ ਪੰਜਾਬ ਦੇ ਕਿਸਾਨਾਂ ਦਾ ਮਤਲਬ ਹੋ ਰਿਹਾ ਸਭ ਕੁਛ ਉਹ ਨਾ ਹੁੰਦਾ। ਬਿਲਕੁਲ ਜੀ ਬੰਦਾ ਤਾਂ ਤੁਹਾਡੇ ਅੰਦਰ ਹੀ ਆ, ਸਾਡੇ ਅੰਦਰ ਹੀ ਆ, ਬੰਦਾ ਅਜੇ ਵੀ ਇੱਥੇ ਹੀ ਆ। ਭਾਜੀ ਕੀ ਨਾਂ ਤੁਹਾਡਾ? ਸਤਵੰਤ ਸਿੰਘ ਹੈ ਜੀ, ਮੈਂ ਰਿਟਾਇਰਡ ਮਾਸਟਰ ਜੀ। ਪਿੱਛੋਂ ਰੇਡੀਓ ਦੀ ਆਵਾਜ਼ ਘਟਾ ਕਰ ਲਿਆ ਕਰੋ ਮਾਸਟਰ ਜੀ। ਰੇਡੀਓ ਬੰਦ ਕਰਤਾ ਜੀ ਮੈਂ। ਮਾਸਟਰ ਜੀ ਅਸੀਂ ਸਟੂਡੈਂਟ ਆ ਤੁਹਾਡੇ, ਸਟਿਲ ਸਟੂਡੈਂਟ ਰਵਾਂਗੇ। ਬੰਦਾ ਸਾਡੇ ਅੰਦਰ ਹੀ ਹੈ, ਅਸੀਂ ਉਸ ਬੰਦੇ ਨੂੰ ਨਹੀਂ ਪਛਾਣ ਸਕੇ, ਅਸੀਂ ਉਸ ਬੰਦੇ ਨੂੰ ਦਬਾਇਆ ਹੋਇਆ ਆ। ਉਹ ਬੰਦਾ ਸਾਡੇ ਸਾਰਿਆਂ ਦੇ ਵਿੱਚ ਹੈ, ਸਿਰਫ ਉਸ ਬੰਦੇ ਨੂੰ ਪਛਾਣਨ ਦੀ ਲੋੜ ਹੈ। ਹਾਂ ਬਿਲਕੁਲ ਠੀਕ। ਮੇਰੇ ਖਿਆਲ ਨਾਲ ਜਿਹੜੀ ਪਰਮਾਤਮਾ ਨੇ ਦੁਆ ਕਰਦੇ ਆ ਕਿ ਉਹ ਕਾਮਯਾਬ ਹੋਣ ਕਿਸਾਨ ਜਿਹੜੇ ਹੈ। ਬਾਕੀ ਇੱਕ ਨਿੱਕੀ ਮੇਰੀ ਰਿਕੁਐਸਟ ਹੋਰ ਵੀ ਹੈ ਥੋੜੀ ਜੀ, ਉਹ ਇਹ ਹੈ ਕਿ ਜਿਹੜੇ 6ਵੇਂ ਪੇ ਕਮਿਸ਼ਨ ਦੀ ਤਾਜ਼ਾ ਅਪਡੇਟ ਕੀ ਹੈ ਪਤਾ ਦੱਸਣ ਦੀ ਕੋਸ਼ਿਸ਼ ਕਰਾਂਗੇ ਕੀ ਦੱਸਾ ਹੋ ਨਹੀਂ। ਤੁਹਾਡਾ ਇੱਕ ਵਾਰੀ ਹਰ ਵਾਰੀ ਇਹੀ ਸਵਾਲ ਹੁੰਦਾ ਹੈ। ਨਹੀਂ ਬਸ ਇਹੀ ਸਰ ਦੁੱਕੀ ਨੂੰ ਮਿਹਰਬਾਨੀ, ਥੈਂਕ ਯੂ ਜੀ। ਕੀ ਬਣਿਆ ਜੀ 6ਵੇਂ ਪੇ ਕਮਿਸ਼ਨ ਦੇ ਬਾਰੇ? ਇਹਨਾਂ ਦਾ ਕਾਫੀ ਲਗਾ ਆ ਇਸ ਸਵਾਲ ਦੇ ਨਾਲ ਕਿ ਦਿਲ ਵਾ ਇਹਨਾਂ ਦਾ ਮਿਲਕ ਵੀ ਉਹ ਸਾਡਾ ਕੀ ਬਣਿਆ। ਇਹ ਆਪਣਾ ਵੀ ਵਿੱਚ ਆਉਣਾ ਨਾ ਜੀ। ਉਹਨਾਂ ਨੇ ਸਰਕਾਰੀ ਆਫਿਸਰ, ਗਜ਼ਟਡ ਆਫਿਸਰ ਰਿਟਾਇਰ ਨੇ, ਮਾਸਟਰ ਨੇ, ਤਾਂ ਫਿਰ ਕੁਝ ਨਾ ਕੁਝ ਤਾਂ ਹੈ ਨਾ। ਮੈਂ 6ਵੇਂ ਪੇ ਕਮਿਸ਼ਨ ਨੂੰ ਲਾਗੂ ਤਾਂ ਕਰ ਦਿੱਤਾ ਗਿਆ ਚਾਵਲਾ ਸਾਹਿਬ, ਪਰ ਉਹਦੇ ਜਦੋਂ ਨਾਮ ਮਸੌਦਾ ਪੜ੍ਹਦੇ ਆ, ਪੜ੍ਹਨ ਤੋਂ ਬਾਅਦ ਜਿਹੜੇ ਮੁਲਾਜ਼ਮਤ ਦੇ ਆਗੂ ਹੈਗੇ ਆ ਉਹਨਾਂ ਦੇ ਵਿੱਚ ਕੁਝ ਤੌਖਲੇ ਪੈਦਾ ਹੁੰਦੇ ਆ। ਉਹ ਇਸ ਗੱਲ ਤੇ ਆਉਂਦੇ ਆ ਕਿ ਸਾਡੀ ਸਗੋਂ ਤਨਖਾਹਾਂ ਉਲਟਾ ਘਟ ਰਹੀਆਂ ਨੇ 6ਵੇਂ ਪੇ ਕਮਿਸ਼ਨ ਦੇ ਨਾਲ, ਸਗੋਂ ਸਾਡਾ ਜਿਹੜਾ ਕਿ ਜੋ ਸਾਨੂੰ ਫੰਡ ਮਿਲਦੇ ਆ ਸੋ ਘਟ ਰਹੇ ਹੈਗੇ ਆ। ਉਹ ਕਮਿਸ਼ਨ ਠੀਕ ਨਹੀਂ ਹੈਗਾ ਸਾਡੇ ਵਾਸਤੇ। ਅੱਜ ਸਾਰੇ ਪੰਜਾਬ ਦੇ ਵਿੱਚ ਡਾਕਟਰਾਂ ਨੇ ਪੰਜਾਬ ਪੂਰੀ ਤਰ੍ਹਾਂ ਹੜਤਾਲ ਕੀਤਾ ਹੋਇਆ। ਪਿਛਲੇ ਕਈ ਦਿਨਾਂ ਤੋਂ ਡਾਕਟਰ ਨੇ ਹੜਤਾਲ ਚੱਲਦੀ ਸੀ 3 ਘੰਟਿਆਂ ਦੀ ਡੇਲੀ। ਅੱਜ ਉਹ ਪੂਰਾ ਦਿਨ ਬੰਦ ਰੱਖਣਗੇ ਆਪਣੇ ਕਲੀਨਿਕ, ਜਿਹੜੇ ਸਰਕਾਰੀ ਅਦਾਰੇ ਹਸਪਤਾਲ ਹੈਗੇ ਆ, ਤੇ ਮੁਲਾਜ਼ਮਤ ਜਿਹੜੀ ਹੈਗੀ ਆ ਟੋਟਲੀ ਟ੍ਰੇਡ ਯੂਨੀਅਨਿਸਟ ਹੈਗੇ ਆ, ਹੋਰ ਮੁਲਾਜ਼ਮਤ ਟੀਚਰ ਹੈਗੇ ਆ, ਸਾਰਿਆਂ ਨੇ ਹੀ ਪੇ ਕਮਿਸ਼ਨ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰਨੇ ਜਾਰੀ ਕੀਤੇ ਹੋਏ ਆ। ਪ੍ਰਦਰਸ਼ਨ ਲਗਾਤਾਰ ਪੰਜਾਬ ਦੇ ਵਿੱਚ ਹੋ ਰਹੇ ਆ। ਤੇ ਸਰਕਾਰ ਨੇ ਸੋਚਿਆ ਸੀਗਾ ਕਿ ਪੇ ਕਮਿਸ਼ਨ ਲਾਗੂ ਕਰਕੇ ਅਸੀਂ ਮੁਲਾਜ਼ਮਤ ਦਾ ਲਾਭ ਲੈ ਲਿਆਂਗੇ, ਵੋਟਾਂ ਲੈ ਲਿਆਂਗੇ, ਪਰ ਮੁਲਾਜ਼ਮਤ ਕਾਫੀ ਖਪਾ ਲੱਗ ਰਹੀ ਹੈ। ਜੀ ਜੰਮੂ ਕਸ਼ਮੀਰ ਦੇ ਲੀਡਰਾਂ ਦੀ ਜਿਹੜੀ ਮੀਟਿੰਗ ਹੈ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨਾਲ ਹੋਈ ਹੈ, ਤੇ ਮੋਦੀ ਸਾਹਿਬ ਨੇ ਕਿਹਾ ਹੈ ਕਿ ਵਿਸ਼ੇਸ਼ ਦਰਜਾ ਬਹਾਲ ਕਰਾਂਗੇ। ਕੀ ਕਹਿਣਾ ਚਾਹੋਗੇ? ਹਾਂ ਚਾਵਲਾ ਸਾਹਿਬ, ਦੇਖੋ ਹੁਣ ਤੁਸੀਂ ਇੱਕ ਪੱਖ ਮੋਦੀ ਜੀ ਦੇ ਚਿਹਰੇ ਦਾ ਇਹ ਆਇਆ ਸਾਹਮਣੇ, ਬਿਲਕੁਲ ਨਵਾਂ ਪੱਖ ਹੈ। ਇਸ ਨੂੰ ਨਵਾਂ ਨਕੋਰ ਕਹਿ ਸਕਦੇ ਹਾਂ ਕਿ ਮੋਦੀ ਜੀ ਥੋੜਾ ਆਪਣੀ ਜ਼ਿੱਦ ਤੋਂ ਹਲਕੇ ਪਏ ਆ। ਉਹਨਾਂ ਨੇ PDP ਤੋਂ ਲੈ ਕੇ ਸਭ ਨੇਤਾਵਾਂ, ਜਿਹਨੂੰ ਕਿ ਗੁਪਕਰ ਗੈਂਗ ਕਹਿੰਦੀ ਸੀ ਭਾਜਪਾ, ਗੈਂਗ ਦੀ ਅੱਤਵਾਦੀਆਂ ਦਾ ਸੰਗਠਨ ਹੈਗਾ ਹੈ, ਉਸ ਗੈਂਗ ਦੇ ਨਾਲ ਮੋਦੀ ਜੀ ਨੇ ਆਪਣੀ ਨਿੱਜੀ ਆਪਣੀ ਸਰਕਾਰੀ ਰਿਆਸਤ ਦੇ ਵਿੱਚ ਮੀਟਿੰਗ ਕੀਤੀ ਹੈ। ਤੇ ਤਕਰੀਬਨ 14 ਦੇ ਕਰੀਬ ਨੇਤਾ ਇਕੱਠੇ ਹੋਇਆ, 7-8 ਸੰਗਠਨ ਸੀਗੇ,
ਉਹਨਾਂ ਨੇ ਉੱਥੇ ਆਪਣੀ ਗੱਲ ਰੱਖੀ ਹੈ ਤੇ ਮੋਦੀ ਜੀ ਨੇ ਬਹੁਤ ਹੀ ਸੁਖਾਵੇਂ ਮਾਹੌਲ ਦੇ ਵਿੱਚ ਮੀਟਿੰਗ ਕੀਤੀ ਹੈ। ਜਿਵੇਂ ਆ ਕੇ ਜਿਹੜੇ ਨੇਤਾ ਹੈਗੇ ਸੀ ਜੰਮੂ ਕਸ਼ਮੀਰ ਦੇ, ਉਹਨਾਂ ਨੇ ਬਾਹਰ ਦੱਸੀ ਹੈ ਗੱਲ ਆ ਕੇ, ਤੇ ਉਹ ਕਹਿੰਦੇ ਆ ਵੀ ਸਾਡੇ ਨਾਲ ਬੜਾ ਸੁਖਾਵੇਂ ਮਾਹੌਲ ਦੀ ਗੱਲ। ਸਭ ਨੇਤਾਵਾਂ ਨੇ ਇੱਕੋ ਹੀ ਮੰਗ ਰੱਖੀ ਹੈ ਕਿ 370 ਜਿਹੜੀ ਹੈਗੀ ਆ ਉਹ ਬਹਾਲ ਕੀਤੀ ਜਾਵੇ। ਜੰਮੂ ਕਸ਼ਮੀਰ ਦੇ ਵਿੱਚ ਠੀਕ ਨਹੀਂ ਹੈਗਾ, ਲੋਕ ਬੇਕਸੂਰ ਲੋਕ ਜੇਲ੍ਹਾਂ ਵਿੱਚ ਬੰਦ ਹੈਗੇ ਨੇ, ਕੋਈ ਮਾੜੀ ਜੀ ਉੱਚਾ ਸਾਹ ਵੀ ਲੈ ਲੈਂਦਾ ਤਾਂ ਉਹ ਤੇ ਜਵਾਪਾ ਲਾ ਕੇ ਅੰਦਰ ਕਰ ਦਿੰਦੇ ਆ। ਉੱਚਾ ਥੋੜਾ ਸਾਹ ਉੱਚਾ ਲੈ ਲਵੇ ਉਹਨੂੰ ਜਵਾਪਾ ਲੈ ਕੇ ਅੰਦਰ ਕਰ ਦਿੰਦੇ ਆ। ਪੂਰੀ ਤਰ੍ਹਾਂ ਜੰਮੂ ਕਸ਼ਮੀਰ ਸੁਰੱਖਿਆ ਏਜੰਸੀਆਂ ਦੇ ਕਬਜ਼ੇ ਵਿੱਚ ਹੈਗਾ। ਉੱਥੇ ਕੋਈ ਸ਼ਾਂਤੀ ਨਹੀਂ, ਇਨਸਾਨਾਂ ਦੇ ਅੰਦਰ ਅੱਗ ਧੁੱਖ ਰਹੀ ਹੈ। ਮਹਿਬੂਬਾ ਕਹਿੰਦੀ ਆ ਅਸੀਂ ਲਗਾਤਾਰ ਜਾਰੀ ਰੱਖਾਂਗੇ 370 ਦੇ ਖਿਲਾਫ ਜੰਗ ਆਪਣੀ ਜਾਰੀ ਰਹੇਗੀ। ਅਸੀਂ ਚਾਹੁੰਦੇ ਆ ਕਿ ਜੰਮੂ ਕਸ਼ਮੀਰ ਨੂੰ ਉਹਦਾ ਦਰਜਾ ਮਿਲੇ। ਹੁਣ ਪ੍ਰਧਾਨ ਮੰਤਰੀ ਦਾ ਕੀ ਨਵਾਂ ਰਿਪੋਰਟ ਜਿਹੜਾ ਸਾਹਮਣੇ ਆ, ਉਹ ਕਹਿੰਦੇ ਵੀ ਕੁਝ ਕੁ ਸਮੇਂ ਬਾਅਦ ਅਸੀਂ ਜੰਮੂ ਕਸ਼ਮੀਰ ਦਾ ਜਿਹੜਾ ਪਿਛਲਾ ਜੋ ਸਥਿਤੀ ਸੀ ਉਹ ਬਹਾਲ ਕਰ ਦਿਆਂਗੇ। ਆ ਨਵੀਂ ਗੱਲ ਆਈ ਆ, ਜਿੱਥੇ ਹੁਣ ਤੱਕ ਅੜੇ ਹੋਏ ਸੀਗੇ ਉਹ ਬਹਾਲ ਕਰ ਦਿਆਂਗੇ। ਵੀ ਜਿਹੜੀ ਗੱਲ ਹੈਗੀ ਆ ਉਹ ਸੱਚੀ ਮੁੱਚੀ ਗੱਲ ਕਹਿ ਰਹੇ ਨੇ ਜਾਂ ਝੂਠ ਬੋਲ ਰਹੇ ਨੇ ਮੋਦੀ ਜੀ, ਜਾਂ ਕੀ ਚੱਕਰ ਹੈਗਾ, ਜਾਂ ਨੇਤਾਵਾਂ ਨੂੰ ਆਪਣੇ ਵੱਸ ਚ ਕਰਨ ਦੀ ਗੱਲ ਕੀਤੀ ਹੈ ਕਿ ਉਹ ਚੋਣਾਂ ਕਰਾਉਣਾ ਚਾਹੁੰਦੇ ਜੰਮੂ ਕਸ਼ਮੀਰ ਦੇ ਵਿੱਚ। ਚੋਣਾਂ ਹੋ ਜਾਣ, ਨਵੀਂ ਹੱਦਬੰਦੀ ਕਰਨਗੇ, ਨਵੀਂ ਹੱਦਬੰਦੀ ਤੋਂ ਬਾਅਦ ਚੋਣਾਂ ਹੋਣਗੀਆਂ। ਚੋਣਾਂ ਦੇ ਵਿੱਚ ਚਾਹੁੰਦੇ ਆ ਸਭ ਦਾ ਹਿੱਸਾ ਪੱਤੀ ਵਿੱਚ ਆਵੇ, ਸਾਰੇ ਚੋਣਾਂ ਲੜਨ, ਤੇ ਇਸ ਮੁੱਦੇ ਨੂੰ ਲੈ ਕੇ ਉਹ ਚਾਹੁੰਦੇ ਜੰਮੂ ਕਸ਼ਮੀਰ ਦੀ ਸ਼ਾਂਤੀ ਦਾ ਡੰਕਾ ਪਿੱਟੀਏ ਪੂਰੇ ਵਿਸ਼ਵ ਦੇ ਵਿੱਚ। ਪਰ ਸਾਰੇ ਨੇਤਾਵਾਂ ਨੇ ਆ ਕੇ ਮੋਦੀ ਜੀ ਨਾਲ ਮੀਟਿੰਗ ਤਾਂ ਸੁਖਾਵੇਂ ਮਾਹੌਲ ਦੀ ਆ, ਪਰ ਜੋ ਕੁਝ ਉੱਥੇ ਹੋਇਆ, ਜੋ ਡਿਮਾਂਡ ਕੀਤੀਆਂ ਨੇ ਚਾਵਲਾ ਸਾਹਿਬ, ਜੋ ਦੱਸਿਆ ਸੀ ਜੰਮੂ ਕਸ਼ਮੀਰ ਦੀ, ਉਹ ਚਿੰਤਾਜਨਕ ਹੈਗੀ ਹੈ ਮੋਦੀ ਸਰਕਾਰ ਵਾਸਤੇ। ਲੀਡਰਾਂ ਨੇ ਕਿਹਾ ਪੰਚਾਂ ਦਾ ਕਿਆ ਸਿਰ ਮੱਥੇ, ਪਰਨਾਲਾ ਉੱਥੇ ਦਾ ਉੱਥੇ, 370 ਦੀ ਬਹਾਲੀ ਲਈ ਲੜਾਈ ਲੜਦੇ ਰਹਾਂਗੇ। ਔਰ ਪ੍ਰਧਾਨ ਮੰਤਰੀ ਦੇ ਸਾਹਮਣੇ ਏਡੀ ਵੱਡੀ ਗੱਲ ਕਹਿਣੀ ਲੀਡਰਾਂ ਨੇ ਫਿਰ ਆ ਕੇ ਮੀਟਿੰਗ ਤੋਂ ਬਾਅਦ ਬੜਾ ਵੱਡੀ ਚਰਚਾ ਛੇੜਦੀ ਹੈ। ਤੇ ਕਰਾਂਗੇ ਗੱਲ ਦੋਸਤੋ, ਮੈਂ ਵਾਅਦਾ ਕੀਤਾ ਸੀਗਾ ਕਿ ਇੱਕ ਖਬਰ ਛਪੀ ਹੈ ਸਾਡੇ ਇੱਥੋਂ ਦੇ ਮਾਨਯੋਗ ਅਖਬਾਰ ਦੇ ਵਿੱਚ, ਸੋਸ਼ਲ ਨੈਟਵਰਕ ਮੀਡੀਆ ਦੀ ਚਰਚਾ ਹੈ। ਨਵਜੋਤ ਸਿੱਧੂ ਨੇ ਪ੍ਰਵਾਸੀਆਂ ਵਿੱਚ ਆਪਣੀ ਸਾਖ ਗਵਾਈ। ਅਕਾਲੀ ਆਗੂ ਬੇਅੰਤ ਸਿੰਘ ਧਾਲੀਵਾਲ, ਅੱਜ ਉਹਨਾਂ ਨੂੰ ਮੈਂ ਕਾਲ ਕੀਤਾ ਸੀ 2:45 ਤੇ ਆਫੀਸ਼ੀਅਲੀ ਕਿ ਮੈਂ ਇਸ ਵਿਸ਼ੇ 'ਤੇ ਤੁਹਾਡੇ ਨਾਲ ਗੱਲਬਾਤ ਕਰਨਾ ਚਾਹੁੰਦਾ, ਇੰਟਰਵਿਊ ਕਰਨਾ ਚਾਹੁੰਦਾ, ਤੁਹਾਡੇ ਵਿਚਾਰ ਲੈਣਾ ਚਾਹੁੰਦਾ। ਇਹੀ ਗੱਲ ਤੁਸੀਂ ਸਾਡੇ ਮਾਧਿਅਮ ਦੇ ਰਾਹੀਂ ਵੀ ਕਹਿ ਸਕਦੇ ਹੋ, ਤੁਹਾਨੂੰ ਮੰਚ ਪ੍ਰੋਵਾਈਡ ਕਰਾਂਗੇ, ਤੁਹਾਡੇ ਨਾਲ ਗੱਲਾਂ ਕਰਨੀਆਂ ਨੇ। ਤਾਂ ਉਹ 7 ਮਿੰਟ ਦੀ ਜਿਹੜੀ ਹੈ ਕਾਲ ਦੇ ਵਿੱਚ ਉਹਨਾਂ ਨੇ ਸਿਰਫ ਉਹੀ ਗੱਲਾਂ ਰਿਪੀਟ ਕਰੀ ਗਏ ਨੇ, ਪਰ ਰੇਡੀਓ 'ਤੇ ਆਉਣ ਲਈ ਉਹ ਨਹੀਂ ਮੰਨੇ ਹਨ। ਇਹ ਕਈ ਵਾਰ ਹੋ ਚੁੱਕਾ ਹੈ। ਰੰਗਲਾ ਪੰਜਾਬ ਨੇ ਉਹਨਾਂ ਨੂੰ ਅਪਰੋਚ ਕੀਤਾ ਜਦੋਂ ਅਣਪਛਾਤੀ ਪੁਲਿਸ ਬਾਰੇ ਮਾਮਲੇ ਦੇ ਵਿੱਚ, ਬੇਅਦਬੀ ਦੇ ਮਾਮਲੇ ਦੇ ਵਿੱਚ, ਉਸ ਤੋਂ ਪਹਿਲਾਂ ਵੀ 1-2 ਵਾਰੀ। ਤਾਂ ਉਹ ਆਪਣੇ ਆਈ ਥਿੰਕ ਜਿਹੜੇ ਹੈ ਮਨਪਸੰਦ ਜਿਹੜਾ ਮੀਡੀਆ ਉਹਦੇ ਵਿੱਚ ਜਾ ਕੇ ਆਪਣੇ ਵਿਚਾਰ ਦੇਣਾ ਜ਼ਿਆਦਾ ਉਹਨਾਂ ਨੂੰ ਚੰਗਾ ਲੱਗਦਾ ਹੈ। ਉਹ ਕਹਿੰਦੇ ਮੈਂ ਕਿਸੇ ਰੇਡੀਓ 'ਤੇ ਨਹੀਂ ਗਿਆ, ਨਾ ਮੈਂ ਕਿਸੇ ਟੈਲੀਵਿਜ਼ਨ 'ਤੇ ਗਿਆ। ਮੈਂ ਕਿਹਾ ਤੁਸੀਂ ਅਖਬਾਰ ਦੇ ਵਿੱਚ ਬਿਆਨ ਦਿੱਤਾ ਹੈ ਐਜ਼ ਏ ਅਕਾਲੀ ਲੀਡਰ, ਤੁਹਾਡਾ ਨਾਂ ਛਪਿਆ, ਅਤੇ ਫਿਰ ਸਾਡਾ ਫਰਜ਼ ਬਣਦਾ ਤੁਹਾਡੇ ਨਾਲ ਗੱਲਬਾਤ ਕਰਨੀ। ਇਹ ਸਾਡਾ ਮੰਚ ਵੀ ਤਾਂ ਇੱਥੇ ਚੱਲਦਾ ਹੈ, ਅਸੀਂ ਵੀ ਪੰਜਾਬ ਦੀਆਂ ਕਾਫੀ ਖਬਰਾਂ ਪੇਸ਼ ਕਰਦੇ ਹਾਂ। ਸੋ 7 ਮਿੰਟ ਬਾਅਦ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਬਾਅਦ 'ਚ ਕਾਲ ਕਰਦਾ। ਸੋ ਹੁਣ ਤੱਕ ਉਹਨਾਂ ਦੀ ਕਾਲ ਵਾਪਸ ਨਹੀਂ ਆਈ ਹੈ। ਸੋ ਲੀਡਰਾਂ ਨੂੰ ਇੱਕ ਬੇਨਤੀ ਹੈ ਭਈ ਇਹ ਜਿਹੜੇ ਮੀਡੀਆ ਦੇ ਵਿੱਚ ਤੁਸੀਂ ਇਸ ਤਰ੍ਹਾਂ ਦੀ ਬਿਆਨਬਾਜ਼ੀ ਦਿੰਦੇ ਹੋ, ਜਿਹੜਾ ਬਾਕੀ ਦਾ ਮੀਡੀਆ ਉਹਨਾਂ ਦਾ ਵੀ ਫੰਡਾਮੈਂਟਲ ਰਾਈਟ ਹੈ। ਗੁਨਾਹ ਨਹੀਂ ਕਰ ਰਿਹਾ ਉਹ ਮੀਡੀਆ ਕੋਈ। ਰਾਸ਼ਟਰਪਤੀ ਸਾਹਿਬ ਦੀ ਹੁਣੇ ਹੀ ਅਮਰੀਕਾ ਦੀ ਮੈਂ ਬਿਆਨ ਸਾਂਝੀ ਕੀਤੀ ਹੈ ਨਾ ਕਿ ਗੁਨਾਹ ਨਹੀਂ ਕਰਦਾ ਮੀਡੀਆ। ਸਵਾਲ ਪੁੱਛ ਕੇ ਅਸੀਂ ਵੀ ਤੁਹਾਨੂੰ ਪੁੱਛ ਕੇ ਜਾਂ ਫੋਨ ਕਰਕੇ ਆਪਣਾ ਫਰਜ਼ ਨਿਭਾਇਆ, ਕਿਉਂਕਿ ਅਸੀਂ ਤੁਹਾਡੇ ਬਾਰੇ ਖਬਰ ਪੜ੍ਹ ਕੇ ਬੋਲਿਆ ਸੀ ਕਿ ਅਸੀਂ ਸਰਦਾਰ ਬੇਅੰਤ ਸਿੰਘ ਧਾਲੀਵਾਲ ਜੋ ਸਾਡੇ ਸ਼ਹਿਰ ਦੇ ਇੱਕ ਬਿਜ਼ਨਸਮੈਨ ਵੀ ਨੇ ਅਤੇ ਉਹਨਾਂ ਨਾਲ ਗੱਲਬਾਤ ਕਰਾਂਗੇ, ਕਿਉਂਕਿ ਉਹਨਾਂ ਦਾ ਨਾਤਾ ਅਕਾਲੀ ਦਲ ਦੇ ਨਾਲ ਜੁੜਿਆ ਹੈ। ਉਹ ਪ੍ਰਧਾਨ ਇੱਥੇ ਨੇ, ਉਹ ਕਹਿੰਦੇ ਮੈਂ ਅਸਤੀਫਾ ਦੇ ਦਿੱਤਾ ਹੈ, ਪਰ ਫਿਰ ਵੀ ਉਹਨਾਂ ਦੇ ਅੰਦਰ ਲੀਡਰਸ਼ਿਪ ਜਿਹੜੀ ਹੈ ਉਸਨੇ ਇਹ ਬਿਆਨ ਛਪਵਾਇਆ ਹੈ ਅਤੇ ਅਸੀਂ ਗੱਲਬਾਤ ਕਰਨੀ ਚਾਹੁੰਦੇ ਸਾਂ, ਪਰ ਉਹਨਾਂ ਨੇ ਨਾ ਕਰ ਦਿੱਤੀ ਹੈ। ਸੋ ਹੁਣ ਕਿਸੇ ਰੇਡੀਓ 'ਤੇ ਉਹ ਬੋਲਦੇ ਸਾਨੂੰ ਸੁਣਾਈ ਦੇਣ, ਟੈਲੀਵਿਜ਼ਨ 'ਤੇ ਬੋਲਦੇ ਦਿਖਦੇ ਸੁਣਾਈ ਦੇਣ, ਤਾਂ ਪਲੀਜ਼ ਸਾਨੂੰ ਦੱਸ ਦੇਣਾ। ਫਿਰ ਅਸੀਂ ਕਹਾਂਗੇ ਕਿ ਵਾਕਈ ਵੀ ਤੁਸੀਂ ਚੋਣਵੇਂ ਮੀਡੀਆ 'ਤੇ ਜਾਣਾ ਚਾਹੁੰਦੇ ਹੋ, ਕਿ ਤੁਸੀਂ ਉਹਨਾਂ ਦਾ ਸਾਹਮਣਾ ਨਹੀਂ ਕਰਨਾ ਚਾਹੁੰਦੇ ਜਿਹੜੇ ਤੁਹਾਨੂੰ ਕੁਝ ਸਵਾਲ ਪੁੱਛ ਸਕਦੇ ਨੇ। 9058131320 416-716-7794 'ਤੇ ਇਸ ਵਕਤ ਵੀ ਜੀਓ 4 ਤੱਕ ਕਾਲ ਕਰ ਸਕਦੇ ਨੇ। ਲੀਡਰਾਂ ਨੇ ਕਿਹਾ ਕਿ ਧਾਰਾ 370 ਦੀ ਬਹਾਲੀ ਲਈ ਲੜਾਈ ਲੜਦੇ ਰਹਾਂਗੇ, ਕੀ ਕਹਿਣਾ ਚਾਹੋਗੇ? ਹਾਂ, ਲੜਦੇ ਰਹਾਂਗੇ ਲੜਾਈ। ਸਾਰਿਆਂ ਨੇ ਕਿਹਾ ਕਿ ਦੇਖੋ ਜਿੰਨੇ ਵੀ ਜਥੇਬੰਦੀਆਂ ਇਕੱਠੀਆਂ ਹੋਈਆਂ ਉੱਥੇ 7-8 ਦੇ ਕਰੀਬ ਪਾਰਟੀਆਂ ਸੀਗੀਆਂ, ਉਹਨਾਂ ਦੇ ਵਿੱਚ ਮਹਿਬੂਬਾ ਮੁਫਤੀ ਸੀਗੀ, ਉਮਰ ਅਬਦੁੱਲਾ ਸੀਗੇ, ਫਾਰੂਕ ਅਬਦੁੱਲਾ ਸੀਗੇ,
ਹੋਰ ਜਿਹੜੇ ਕਈ ਸਾਰੇ ਨੇਤਾਵਾਂ ਨੇ ਆ ਕੇ ਗੱਲ ਇਹ ਕਹੀ ਹੈ। ਜੰਮੂ ਕਸ਼ਮੀਰ ਦੇ ਜੋ ਹਾਲਾਤ ਹੈਗੇ ਆ ਚਾਵਲਾ ਸਾਹਿਬ, ਉਹਨਾਂ ਹਾਲਾਤਾਂ ਦੇ ਮੱਦੇਨਜ਼ਰ ਸਾਰੇ ਲੀਡਰਾਂ ਨੇ ਕਿਹਾ ਕਿ ਉੱਥੇ ਰਾਜ ਨਹੀਂ ਚੱਲ ਰਿਹਾ, ਉੱਥੇ ਤਾਂ ਇੱਕ ਇੰਝ ਚੱਲ ਰਿਹਾ ਜਿਵੇਂ ਕਿ ਜੰਮੂ ਕਸ਼ਮੀਰ ਭਾਰਤ ਦਾ ਨਹੀਂ ਸਗੋਂ ਦੁਸ਼ਮਣ ਦੇਸ਼ ਦਾ ਇੱਕ ਇਲਾਕਾ ਹੈਗਾ। ਖਤਰਨਾਕ ਤਰੀਕੇ ਨਾਲ ਉਹਨਾਂ ਨੂੰ ਤੁਸੀਂ ਵਰਤ ਰਹੇ ਹੋ ਤੇ ਉਹਨਾਂ ਦੇ ਉੱਪਰ ਤੁਸੀਂ ਅਟੈਕ ਕਰ ਰਹੇ ਹੋ। ਜਦੋਂ ਤੱਕ ਜਿਹੜੇ ਬੰਦੇ ਦੇ ਕੋਈ ਸੰਗੀਨ ਜ਼ੁਰਮ ਹੈਗਾ, ਲੱਗਦਾ ਅੱਤਵਾਦੀ ਗਤੀਵਿਧੀਆਂ ਸ਼ਾਮਲ ਸੀਗੇ, ਚਲੋ ਉਹ ਤਾਂ ਜਿਹੜੇ ਬੰਦੇ ਵੈਸੇ ਬੰਦ ਕੀਤੇ ਜਿਹਨਾਂ ਵਿੱਚ ਉਹਨਾਂ ਨੇ ਰਿਹਾ ਖਾਓ, ਉਹਦਾ ਬਾਹਰ ਕੱਢ ਦਿਓ ਤੁਸੀਂ। ਤੇ ਤੁਸੀਂ ਕਿਸੇ ਵੀ ਬੰਦੇ ਨੂੰ ਬੰਦ ਕਰ ਦਿੰਦੇ ਹੋ ਤੇ ਜਵਾਬਾਂ ਲਾ ਕੇ ਤੁਸੀਂ ਅੰਦਰ ਕਰਦੇ ਹੋ, ਮਾੜੀ ਗੱਲ ਹੈਗੀ ਹੈ। ਤੇ ਕਾਫੀ ਵਿਰੋਧਤਾ ਪ੍ਰਗਟ ਕੀਤੀ ਆ ਚਾਵਲਾ ਸਾਹਿਬ ਮੋਦੀ ਜੀ ਦੇ ਅੱਗੇ ਤੇ ਬਾਹਰ ਆ ਕੇ ਮੀਡੀਆ ਕੋਲੇ ਕਾਫੀ ਬੋਲੇ ਆ, ਮਹਿਬੂਬਾ ਬੋਲੀ ਆ, ਬਹੁਤ ਜ਼ਿਆਦਾ ਬੋਲੇ, ਸਾਰੇ ਹੀ ਬੋਲੇ ਆ। ਤੇ ਇਹ ਉਹਨਾਂ ਨੇ ਕਿਹਾ ਜੰਮੂ ਕਸ਼ਮੀਰ ਦਾ ਅਫਸਰ ਦਰਜਾ ਬਹਾਲ ਕਰਾਉਣ ਲਈ ਅਸੀਂ ਲੜਾਈ ਲੜਦੇ ਰਹਾਂਗੇ, ਕਿਉਂਕਿ ਇਹ ਵੱਲਭ ਭਾਈ ਪਟੇਲ, ਨਹਿਰੂ ਜੀ ਤੇ ਹੋਰ ਨੇਤਾਵਾਂ ਨੇ ਸਾਨੂੰ ਹੱਕ ਦਿੱਤਾ ਸੀਗਾ ਇਹ ਜੰਮੂ ਕਸ਼ਮੀਰ ਜੀ। ਦੋਸਤੋ ਇੱਕ ਛੋਟੀ ਜੀ ਨਿੱਕੀ ਜੀ ਬ੍ਰੇਕ ਲਵਾਂਗੇ 3-4 ਮਿੰਟ ਦੀ। ਵਪਾਰੀ ਸੱਜਣਾ ਦੇ ਸੁਨੇਹੇ ਬੜੇ ਜ਼ਰੂਰੀ ਨੇ, ਫਿਰ ਤੁਹਾਡੀ ਸੇਵਾ ਦੇ ਵਿੱਚ ਅਗਲਾ ਇੱਕ ਅਹਿਮ ਸਵਾਲ ਹੈ ਉਹ ਸਾਂਝਾ ਕਰਾਂਗੇ। ਤੁਸੀਂ ਸਵਾਲ ਕਰਨਾ ਹੋਵੇ 905 813 1320 905 813 ਤੇ ਕਾਲ ਕਰ ਸਕਦੇ ਹੋ। ਹਾਂ, ਜੇਕਰ ਤੁਸੀਂ ਨੋਟ ਕਰੋ ਕਿ ਟਰੱਕ ਚਲਾਉਣ ਦੀ ਟ੍ਰੇਨਿੰਗ ਪ੍ਰਾਪਤ ਕਰਨੀ ਹੈ ਤਾਂ ਦੀਪ ਟਰੱਕ ਡਰਾਈਵਿੰਗ ਐਂਡ ਫੋਰਕਲਿਫਟ ਟ੍ਰੇਨਿੰਗ ਸਕੂਲ ਤੁਹਾਡੇ ਸ਼ਹਿਰ ਦੇ ਵਿੱਚ ਬਹੁਤ ਵਧੀਆ ਹੈਵੀ ਡਿਊਟੀ ਨਵੇਂ ਟਰੱਕ ਪਾਏ ਨੇ ਤੇ ਨਵੇਂ ਟਰੱਕਾਂ ਦੇ ਵਿੱਚ ਟਰੱਕ ਚਲਾਉਣ ਦੀ ਟ੍ਰੇਨਿੰਗ ਤੁਸੀਂ ਪ੍ਰਾਪਤ ਕਰਨਾ ਚਾਹੁੰਦੇ ਹੋ, ਕੁਝ ਹੀ ਦਿਨਾਂ ਦੇ ਵਿੱਚ ਹੈਵੀ ਡਿਊਟੀ ਟਰੱਕਾਂ ਦੇ ਵਿੱਚ ਐਨ ਤੁਹਾਨੂੰ ਨਿਪੁੰਨ ਬਣਾ ਦਿੱਤਾ ਜਾਵੇਗਾ। ਕੁਝ ਹੀ ਦਿਨਾਂ ਦੇ ਵਿੱਚ ਤੁਹਾਡੀ ਅਪੁਆਇੰਟਮੈਂਟ ਲੈ ਕੇ ਟਰੱਕ ਦਾ ਲਾਇਸੈਂਸ ਤੁਹਾਡੇ ਹੱਥ ਵਿੱਚ ਹੋਵੇਗਾ। A to Z ਕੰਪਲੀਟ ਟਰੱਕ ਚਲਾਉਣ ਦੀ ਟ੍ਰੇਨਿੰਗ, ਜਿਹਦੇ ਵਿੱਚ ਖਾਸ ਤੌਰ 'ਤੇ ਬਾਰਡਰ ਕ੍ਰੋਸਿੰਗ, ਲੌਗ ਬੁੱਕ ਭਰਨੀ, ਏਅਰ ਬ੍ਰੇਕ, ਰੋਡ 'ਤੇ ਟ੍ਰੇਨਿੰਗ ਪ੍ਰੋਪਰ ਦੇ ਕੇ ਤੇ ਹੈਵੀ ਡਿਊਟੀ ਟਰੱਕ ਦਾ ਲਾਇਸੈਂਸ ਲੈਣ ਤੋਂ ਬਾਅਦ ਤੁਹਾਨੂੰ LMIA ਅਤੇ ਨਾਲ ਵਰਕ ਪਰਮਿਟ ਦਾ ਵੀ ਪ੍ਰਬੰਧ ਕਰਵਾ ਕੇ ਦੇਣਗੇ। ਵਧੇਰੇ ਜਾਣਕਾਰੀ ਵਾਸਤੇ 6473744441 ਤੇ ਕਾਲ ਕਰ ਸਕਦੇ ਹੋ। 647 374 4441। ਬ੍ਰੇਕ ਤੋਂ ਬਾਅਦ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋ ਰਹੇ ਹਾਂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। सॉलिड बम्पर चमका मारे, मठारू वेल्डिंग तो पवा लो सारे। मठारू वेल्डिंग, मठारू वेल्डिंग, मठारू वेल्डिंग, वाओ, मूस बम्पर, डियर बम्पर, डीजल टैंक लॉक, ट्रेलर रैम्प, टायर रैक, ट्रेलर रिपेयर, एल्युमिनियम प्लेट बम्पर। कॉल सनी मठारू 647 460 6355 647 460 6355। मठारू वेल्डिंग, यूनिट 1, 98 रदरफोर्ड। मठारू वेल्डिंग, मठारू वेल्डिंग। ਕਿ ਤੁਸੀਂ ਹੁਣ ਤੱਕ ਵੀ ਕੁਆਰੇ ਹੋ? ਚਿੰਤਾ ਨਾ ਕਰੋ, ਹੁਣੇ NRI ਮੈਰਿਜ ਬਿਊਰੋ ਦੀ ਵੈਬਸਾਈਟ ਤੇ ਰਜਿਸਟਰ ਕਰੋ ਤੇ ਮੋਬਾਈਲ ਐਪ ਇੰਸਟਾਲ ਕਰੋ। ਹੁਣ ਹਾਜ਼ਰ ਹੈ ਬਰੈਂਪਟਨ ਦੇ ਵਿੱਚ 120 ਰਦਰਫੋਰਡ ਸਾਊਥ ਵਿੱਚ ਕਰਾਊਨ ਫਲੋਰਸ ਐਂਡ ਡੈਕੋਰ। ਇੱਥੋਂ ਤੁਸੀਂ ਚੋਟੀ ਦੀ ਹਾਰਡਵੁੱਡ, ਲੈਮੀਨੇਟ, ਸਿਰੈਮਿਕ ਅਤੇ ਪੋਰਸਲੇਨ ਟਾਈਲ ਤੋਂ ਇਲਾਵਾ ਬੈਕ ਸਪਲੈਸ਼ ਆਦਿ ਹੋਲਸੇਲ ਦੀਆਂ ਕੀਮਤਾਂ ਤੇ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਪ੍ਰੋਫੈਸ਼ਨਲ ਕਾਰੀਗਰਾਂ ਕੋਲੋਂ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਵੀ ਕਰਵਾ ਸਕਦੇ ਹੋ। ਗੱਲ ਕੀ ਰੈਨੋਵੇਸ਼ਨ ਦਾ ਹਰ ਤਰ੍ਹਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਖੜਕਾਓ ਘੰਟੀ 9057962555 905 796 2555 ਕਰਾਊਨ ਫਲੋਰਸ ਐਂਡ ਡੈਕੋਰ। ਜੋਰਾ ਜਵੈਲਰਸ ਪੈਲੇਸ ਤੁਹਾਡੇ ਸ਼ਹਿਰ ਦਾ ਸਭ ਤੋਂ ਪੁਰਾਣਾ ਜਵੈਲਰੀ ਪੈਲੇਸ। 100% ਪਿਓਰਿਟੀ, ਹੈਂਡਮੇਡ ਜਵੈਲਰੀ, ਕਮਾਲ ਦੀ ਕਾਰੀਗਰੀ, ਐਕਸਪੀਰੀਐਂਸਡ ਆਰਟਿਸਟ, ਇੱਕ ਫੀਲਿੰਗ ਆਪਣੇਪਨ ਦੀ। ਪਿਓਰਿਟੀ ਦਾ ਐਸਾ ਵਿਸ਼ਵਾਸ ਜੋ ਹਰ ਰਿਸ਼ਤੇ ਨੂੰ ਬਣਾਵੇ ਖਾਸ। JJP ਜੋਰਾ ਜਵੈਲਰਸ ਪੈਲੇਸ, a house of gold and diamond jewelry, Banga Road opposite City Police Station, Phagwada. Contact number 9988000009. Jowra Jewelers Palace. ਬੈਡ ਬਾਥ ਐਂਡ ਡੈਕੋਰ। ਇੱਥੋਂ ਤੁਸੀਂ ਕਿਚਨ ਵੇਅਰ ਦਾ ਹਰ ਤਰ੍ਹਾਂ ਦਾ ਸਮਾਨ, ਸਟੇਨਲੈਸ ਸਟੀਲ ਦੇ ਬਰਤਨ, ਬੈੱਡ ਸ਼ੀਟ, ਬੈਡਿੰਗ ਬੈਗ, ਹੋਮ ਡੈਕੋਰ, ਕੰਬਲ, ਰਜਾਈਆਂ ਆਦਿ ਦੇ ਨਾਲ ਸੈਨੀਟਾਈਜ਼ਰ, ਮਾਸਕ, ਗਲਵਸ ਖਰੀਦਣ ਤੋਂ ਇਲਾਵਾ ਤੁਰਕੀ ਬਾਣੀ ਰੇਡੀਓ 125 ਦਾ 4 ਖਰੀਦੋ 5ਵਾਂ ਬਿਲਕੁਲ ਫ੍ਰੀ ਅਤੇ ਸਿਰਫ 7 ਮਿੰਟਾਂ ਦੇ ਵਿੱਚ ਆਪਣੇ ਮਨ ਭਾਉਂਦਾ ਕਲਰ ਕਰਨਾ ਚਾਹੁੰਦੇ ਹੋ ਵਾਲਾਂ ਨੂੰ ਤਾਂ ਮਦਰ ਇੰਡੀਆ ਹੇਅਰ ਕਲਰ ਸ਼ੈਂਪੂ ਵੀ ਵਾਜਬ ਰੇਟ ਤੇ ਖਰੀਦ ਸਕਦੇ ਹੋ। 25 ਚੈਰੀ ਕ੍ਰਿਸ ਡਰਾਈਵ ਐਟ ਕੁਈਨ ਇਨ ਬਰੈਂਪਟਨ ਔਰ ਕਾਲ 6472074644। MRS
ਬੈੱਡ ਬਾਥ ਐਂਡ ਡਿਕੋਰ। ਵਿਸ਼ਵਾਸ ਪ੍ਰਤੀਕ ਨਾਂ ਰਵੀ ਗੁਲਾਟੀ ਹੁਣ ਨਵੇਂ ਅੰਦਾਜ਼ ਵਿੱਚ। ਰਵੀ ਗੁਲਾਟੀ ਲਾਅ ਆਫਿਸ ਲੀਗਲ ਸੇਵਾਵਾਂ ਦਾ ਕੰਮ ਹੋ ਗਿਆ ਜੇ ਸੌਖਾ। ਮਾਰੋ ਇੱਕ ਆਵਾਜ਼ ਅਜਿਹੇ ਕੰਮਾਂ ਵਾਸਤੇ। ਰੀਅਲ ਏਸਟੇਟ ਕਲੋਜ਼ਿੰਗ, ਨੋਟਰਾਈਜ਼ੇਸ਼ਨ, ਐਫੀਡੇਵਿਟਸ, ਡੈਕਲੇਰੇਸ਼ਨ ਜਾਂ ਸਪਾਂਸਰਸ਼ਿਪ ਲੈਟਰਸ, ਪਾਵਰ ਆਫ ਅਟਾਰਨੀਜ਼, ਬੱਚਿਆਂ ਲਈ ਕੰਸੈਂਟ ਲੈਟਰਸ। ਬੈਰਿਸਟਰ ਸੋਲਿਸਿਟਰ ਨੋਟਰੀ ਪਬਲਿਕ ਰਵਿੰਦਰਪਾਲ ਸਿੰਘ ਗੁਲਾਟੀ 905 232 8700 9052328700। अपॉइंटमेंट वास्ते लॉग इन करो notaryhelp.ca। रवि गुलाटी लॉ ऑफिस, ठीक सलाह बल्ले ही बल्ले। ਹੁਣ ਹਾਜ਼ਰ ਹੈ ਬਰੈਂਪਟਨ ਦੇ ਵਿੱਚ 120 ਰਦਰਫੋਰਡ ਸਾਊਥ ਵਿੱਚ ਕਰਾਊਨ ਫਲੋਰਸ ਐਂਡ ਡਿਕੋਰ। ਇੱਥੋਂ ਤੁਸੀਂ ਚੋਟੀ ਦੀ ਹਾਰਡਵੁੱਡ, ਲੈਮੀਨੇਟ, ਸਿਰੈਮਿਕ ਅਤੇ ਪੋਰਸਲੇਨ ਟਾਈਲ ਤੋਂ ਇਲਾਵਾ ਬੈਕਸਪਲੈਸ਼ ਆਦਿ ਹੋਲਸੇਲ ਦੀਆਂ ਕੀਮਤਾਂ ਤੇ ਖਰੀਦ ਸਕਦੇ ਹੋ ਅਤੇ ਇਹਨਾਂ ਦੇ ਪ੍ਰੋਫੈਸ਼ਨਲ ਕਾਰੀਗਰਾਂ ਕੋਲੋਂ ਤੁਸੀਂ ਆਪਣੇ ਘਰ ਨੂੰ ਅਪਗ੍ਰੇਡ ਵੀ ਕਰਵਾ ਸਕਦੇ ਹੋ। ਗੱਲ ਕੀ ਰੈਨੋਵੇਸ਼ਨ ਦਾ ਹਰ ਤਰ੍ਹਾਂ ਦਾ ਕੰਮ ਵੀ ਕੀਤਾ ਜਾਂਦਾ ਹੈ। ਵਧੇਰੇ ਜਾਣਕਾਰੀ ਲਈ ਖੜਕਾਓ ਘੰਟੀ 9057962555 905 796 2555। ਕਰਾਊਨ ਫਲੋਰਸ ਐਂਡ ਡਿਕੋਰ। ਜਦੋਂ ਵੀ ਤੁਸੀਂ ਇੱਥੇ ਆਓਗੇ ਆਪਣੇ ਪਿੰਡ ਵਰਗਾ ਮਾਹੌਲ ਪਾਓਗੇ। ਖੂਬਸੂਰਤ ਸੈਟਿੰਗ ਅਤੇ ਲਜ਼ੀਜ਼ ਖਾਣੇ, ਅੰਮ੍ਰਿਤਸਰੀ ਮੱਛੀ ਜੋ ਤੁਹਾਨੂੰ ਹਰੀਕੇ ਪੱਤਣ ਦੀ ਯਾਦ ਦਿਵਾਏਗੀ। ਸਾਗ ਤੇ ਮੱਕੀ ਦੀ ਰੋਟੀਆਂ ਦੀ ਖੁਸ਼ਬੂ ਤੁਹਾਨੂੰ ਬਾਰ-ਬਾਰ ਆਪਣਾ ਪਿੰਡ ਖਿੱਚ ਲਿਆਏਗੀ। ਚਾਹੇ ਵੈਜੀਟੇਰੀਅਨ ਖਾਣੇ ਖਾਓ ਜਾਂ ਫਿਰ ਨੌਨ ਵੈਜੀਟੇਰੀਅਨ ਦਾ ਮਜ਼ਾ ਉਠਾਓ, ਬਸ ਆਪਣਾ ਪਿੰਡ ਹੀ ਆਓ। ਆਪਣਾ ਪਿੰਡ ਤਾਂ ਫਿਰ ਆਪਣਾ ਪਿੰਡ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ। ਵਾਰਨਾ ਹੱਥ ਮਨਾਉ ਰਾਹੁਲ ਗਾਂਧੀ, ਸ਼ਿਵ ਸੈਨਾ ਦਾ ਬਿਆਨ, ਕੀ ਕਹਿਣਾ ਚਾਹੋਗੇ? ਸਾਹਮਣੇ ਦੇ ਵਿੱਚ ਲਿਖਿਆ ਜਾਵਾ ਤਾਂ ਸਾਹਮਣਾ ਦਾ ਜਿਹੜਾ ਹੁੰਦਾ ਉਹ ਪੱਤਰ ਹੈਗਾ ਬਹੁਤ ਵਧੀਆ। ਖਾਸ ਕਰਕੇ ਗੱਲ ਲਿਖੀ ਹੈ ਬੜੇ ਵੱਡੇ ਪੱਧਰ ਤੇ ਕਿ ਤੁਸੀਂ ਰਾਹੁਲ ਗਾਂਧੀ ਨੂੰ ਇੱਕ ਐਡਵਾਈਸ ਕੀਤਾ ਉਹਨਾਂ ਨੇ ਕਿ ਭਾਰਤ ਦੇ ਵਿੱਚ ਮੋਦੀ ਦੀ ਲਹਿਰ ਅਜੇ ਵੀ ਦਮ ਲੈ ਰਹੀ ਹੈ, ਅਜੇ ਵੀ ਉਹ ਬਹੁਤ ਵੱਡੇ ਤਰੀਕੇ ਨਾਲ ਲੋਕੀ ਚੱਲ ਰਹੀ ਆ ਉਹ ਵੱਡੇ ਪੱਧਰ ਤੇ। ਜੇ ਉਹਨੂੰ ਖਤਮ ਕਰਨਾ ਹਰਾਉਣਾ ਹੈ ਤਾਂ ਸਿਰਫ ਟਵਿੱਟਰ ਤੇ ਗੱਲਾਂ ਕਰਨ ਨਾਲ ਨਹੀਂ ਸਰਨਾ। ਇਸ ਦਾ ਕਿਹਾ ਮੈਂ, ਟਵਿੱਟਰ ਤੇ ਗੱਲਾਂ ਕਰਨ ਨਾਲ ਨਹੀਂ ਸਰਨਾ, ਤਾਂ ਤੁਹਾਨੂੰ ਕੁਝ ਨਾ ਕੁਝ ਅਜਿਹਾ ਕਰਨਾ ਪਏਗਾ ਜਿਹੜੀ ਕਿ ਆਪਾਂ ਭਾਜਪਾ ਨੂੰ ਦੇਸ਼ ਚੋਂ ਰਿਮੂਵ ਕਰ ਸਕੀਏ। ਤੇ ਤੁਹਾਨੂੰ ਇਸ ਤੋਂ ਵੱਡਾ ਹੋਰ ਕੋਈ ਰਸਤਾ ਨਹੀਂ ਮਿਲ ਸਕਦਾ ਕਿ ਤੁਸੀਂ ਸ਼ਰਦ ਪਵਾਰ ਨਾਲ ਹੱਥ ਲਾ ਲਓ। ਸ਼ਰਦ ਪਵਾਰ ਦੀਆਂ ਲਗਾਤਾਰ ਮੀਟਿੰਗਾਂ ਚੱਲ ਰਹੀਆਂ ਨੇ ਪਿਛਲੇ ਦਿਨਾਂ ਤੋਂ। ਲਗਾਤਾਰ ਜਿਹੜੇ ਆਗੂਆਂ ਦਿੱਲੀ ਦੇ ਵਿੱਚ ਉਹਦੀ ਮੀਟਿੰਗਾਂ ਚੱਲ ਰਹੀਆਂ ਨੇ। ਕਈ ਜਥੇਬੰਦੀਆਂ, ਕਈ ਪਾਰਟੀਆਂ ਇਕੱਠੀਆਂ ਹੋ ਰਹੀਆਂ ਨੇ। ਪ੍ਰਸ਼ਾਂਤ ਕਿਸ਼ੋਰ 3 ਮੀਟਿੰਗਾਂ ਕਰ ਚੁੱਕੇ ਨੇ ਸ਼ਰਦ ਪਵਾਰ ਦੇ ਨਾਲ। ਤੇ ਹੁਣ ਸ਼ਿਵ ਸੈਨਾ ਨੇ ਕਿਹਾ ਕਿ ਰਾਹੁਲ ਗਾਂਧੀ ਵੀ ਆਪਣਾ ਹੱਥ ਅੱਗੇ ਲੈ ਕੇ ਆਉਣ। ਗੱਲ ਕੀ ਆ, ਸ਼ਿਵ ਸੈਨਾ ਚਾਹੁੰਦੀ ਆ ਕਿ ਸ਼ਰਦ ਪਵਾਰ ਦੇ ਜਿਹੜੀ ਅਗਵਾਈ ਵਿੱਚੋਂ ਲੜੀਏ ਆਪਾਂ, ਜਿਹਦੇ 24 ਹੈਗੀ ਆ। ਤਾਂ ਨੇਤਾ ਕੌਣ ਬਣੇਗਾ ਇਹ ਵੀ ਗੱਲ ਬਾਅਦ ਚ ਕਰ ਲਾਂਗੇ, ਉਹਦਾ ਨੇਤਾ ਕੌਣ ਬਣੇਗਾ। ਤਾਂ ਹੁਣ ਇਹ ਰਾਹੁਲ ਗਾਂਧੀ ਹੁਣੀ ਕਿਵੇਂ, ਕਾਂਗਰਸ ਕਿੱਦਾਂ ਇਹ ਬਰਦਾਸ਼ਤ ਕਰ ਸਕਦੀ ਹੈ ਕਿ ਰਾਹੁਲ ਗਾਂਧੀ ਤੋਂ ਇਲਾਵਾ ਨੇਤਾ ਕੋਈ ਹੋਰ ਬਣੇ। ਇਹ ਗੱਲ ਬਰਦਾਸ਼ਤ ਕਰਨ ਤੋਂ ਬਾਅਦ। ਪਰ ਇੱਕ ਗੱਲ ਹੈ ਕਿ ਜੇਕਰ ਦੁਸ਼ਮਣ ਵੱਡਾ ਹੋਵੇ ਤਾਂ ਵੱਡੇ ਦੁਸ਼ਮਣ ਹਰਾਉਣ ਵਾਸਤੇ ਤੇ ਕਹਿੰਦੇ ਵੀ ਛੋਟੇ ਦੁਸ਼ਮਣ ਨਾਲ ਦੋਸਤੀ ਪਾਉਣ ਚ ਕੋਈ ਹਰਜ ਨਹੀਂ ਹੁੰਦਾ। ਇਹ ਸਾਡੇ ਭਾਰਤ ਦੀ ਇੱਕ ਕਹਾਵਤ ਹੈਗੀ ਆ। ਦੁਸ਼ਮਣ ਵੱਡਾ ਹੈ, ਉਹਨੂੰ ਹਰਾਉਣ ਵਾਸਤੇ ਛੋਟਾ ਦੁਸ਼ਮਣ ਹੈ, ਉਹਨੂੰ ਉਹਦੇ ਵਿੱਚ ਜੱਫੀ ਪਾਉਣ ਵਾਸਤੇ ਕੋਈ ਪ੍ਰੋਬਲਮ, ਦਿੱਕਤ ਕੋਈ ਆਉਣੀ ਨਹੀਂ ਚਾਹੀਦੀ। ਪਰ ਰਾਹੁਲ ਗਾਂਧੀ ਦਾ ਦਿਲ ਇਹੋ ਜਿਹਾ ਹੈਗਾ, ਇਹ ਹਜੇ ਮੈਨੂੰ ਲੱਗਦਾ ਜਿਹੜੀ ਇਹੋ ਜਿਹਾ ਹੋਵੇਗਾ ਚਾਵਲਾ ਸਾਹਿਬ। ਸਾਹਮਣਾ ਦਾ ਜੇਕਰ ਗੱਲ ਕਰੀਏ ਤਾਂ ਉਹ ਪੱਤਰਕਾਰੀ ਦਾ ਇੱਕ ਬਹੁਤ ਵੱਡਾ ਪ੍ਰੂਫ ਹੈ ਕਿ ਉਹ ਪੀਲੀ ਪੱਤਰਕਾਰੀ ਨਹੀਂ ਕਰਦੇ। ਤੁਸੀਂ ਪਹਿਲਾਂ ਦਾ ਪੜ੍ਹ ਲਓ, ਹੁਣ ਦਾ ਪੜ੍ਹ ਲਓ। ਜਿੱਥੇ ਜੇ ਕਾਂਗਰਸ ਸਰਕਾਰ ਹੈ ਤੇ ਕਾਂਗਰਸ ਵੇਲੇ ਉਹਨਾਂ ਨੇ ਆਪਣੀ ਸੰਪਾਦਕੀ ਦੇ ਵਿੱਚ ਕਾਂਗਰਸ ਨੂੰ ਰੱਜ ਕੇ ਕ੍ਰਿਟੀਸਾਈਜ਼ ਕੀਤਾ, ਤੇ ਜੇ ਭਾਜਪਾ ਹੈ ਤਾਂ ਰੱਜ ਕੇ ਉਹ ਜਿਹੜੇ ਮਸਲੇ ਨੂੰ ਲੈਂਦਾ ਤੇ ਪੂਰੇ ਠੋਕ ਕੇ ਕਾਰਟੂਨ ਵੀ ਬਣਾਉਂਦੇ, ਕਿਉਂਕਿ ਸ਼ੁਰੂਆਤ ਹੀ ਇਸ ਅਖਬਾਰ ਦੀ ਕਾਰਟੂਨ ਤੋਂ ਸ਼ੁਰੂ ਹੁੰਦੀ ਹੈ। ਤੁਸੀਂ ਹਿਸਟਰੀ ਪੜ੍ਹਦੇ ਹੋ ਨਾ, ਬਾਬਾ ਸਾਹਿਬ ਪਾਲ ਠਾਕਰੇ ਸਾਹਿਬ ਦੀ ਗੱਲ ਕਰੋ ਤਾਂ ਉਹ ਕਾਰਟੂਨਿਸਟ ਹਨ, ਬਹੁਤ ਵਧੀਆ। ਹਾਂਜੀ, ਤੇ ਇਹ ਕਿਸੇ ਵੀ ਮਸਲੇ ਨੂੰ ਲੈ ਲਓ, ਮੈਂ ਸਮਝਦਾ ਕਿ ਕੁਝ ਜਾਗਦੀ ਜ਼ਮੀਰ ਵਾਲੇ ਜਿਹੜੇ ਅਜੇ ਵੀ ਉੱਥੇ ਅਦਾਰੇ ਹਨ ਜੋ ਸੱਚ ਨੂੰ ਸੱਚ ਕਹਿਣ ਦੀ ਜੁਰਤ ਰੱਖਦੇ ਨੇ। ਦੇਸ਼ ਭਗਤੀ ਅਸਲ 'ਚ ਇਹੀ ਹੁੰਦੀ ਹੈ। ਅਸਲੀ ਦੇਸ਼ ਭਗਤੀ ਮੇਰੇ ਮੰਨਣ ਦੇ ਮੁਤਾਬਕ ਇਹੀ ਹੈ। ਇਹ ਨਹੀਂ ਕਿ ਅੱਜ ਅਸੀਂ ਤੇ 4 ਜਣੇ ਖਲੋ ਕੇ ਤੇ ਭਾਰਤ ਜਿੰਦਾਬਾਦ, ਜਿਵੇਂ ਹੁਣ ਕੰਗਣਾ ਰਣੌਤ ਕਹਿੰਦੀ ਕਿ ਭਾਰਤ ਦਾ ਨਾਂ ਬਦਲ ਦਿਓ, ਨਾ ਭਾਰਤ ਰੱਖੋ, ਉਹਦਾ ਉਹ ਹਿੰਦੁਸਤਾਨ ਰੱਖਣਾ ਚਾਹੁੰਦੀ ਹੈ, ਭਾਰਤ ਰੱਖਣਾ ਚਾਹੁੰਦੀ, ਪਤਾ ਨਹੀਂ ਕੀ ਉਹਦੇ ਮਨ ਦੇ ਵਿੱਚ। ਆਪਾਂ ਕਰਾਂਗੇ ਗੱਲ। ਹਾਂਜੀ, ਉਹ ਇਹ ਨਹੀਂ ਕਿ ਭਾਰਤ ਮਾਤਾ ਕੀ ਜੈ ਕਹਿ ਦਿੱਤੀ ਤੇ ਅੰਦਰੋਂ ਭਾਰਤ ਨੂੰ ਖੋਖਲਾ ਕਰਨ ਦੇ ਤੁਸੀਂ ਜਿਹੜੇ ਨੇ ਵਿਉਂਤ ਕਰੋ, ਉਹ ਨਹੀਂ ਗੱਲ ਬਣਦੀ। ਅਸਲੀ ਦੇਸ਼ ਭਗਤੀ ਹੈ ਕਿ ਜੇ ਸਿਸਟਮ ਨੂੰ ਚਲਾਉਣ ਵਾਲਿਆਂ ਦੇ ਨਾਲ ਤੁਸੀਂ ਆਡਾ ਲਾ ਕੇ ਉਹਨਾਂ ਨੂੰ ਗਲਤ ਨੂੰ ਗਲਤ, ਸਹੀ ਨੂੰ ਸਹੀ ਕਹਿੰਦੇ ਹੋ, ਤੇ ਚਾਹੇ ਉਹ ਸ਼ਿਵ ਸੈਨਾ ਤੇ ਚਾਹੇ ਕੋਈ ਹੋਰ ਹੈ, ਉਹਦਾ ਸਾਥ ਦੇਣਾ ਬਣਦਾ।
ਤੋ ਸਾਹਮਣਾ ਦੇ ਵਿੱਚ ਉਹ ਜਦੋਂ ਵੀ ਕੋਈ ਸੰਪਾਦਕੀ ਲਿਖਦੇ ਨੇ ਹਰ ਇੱਕ ਨੂੰ ਜਿਹੜਾ ਗਲਤ ਹੁੰਦਾ ਉਹਨੂੰ ਬਖਸ਼ਦੇ ਨਹੀਂ ਹੈ। ਮੈਂ ਇਹ ਚੀਜ਼ ਬੜੇ ਚਿਰਾਂ ਤੋਂ ਨੋਟ ਕਰਦਾ ਕਿ ਅਸਲੀ ਪੱਤਰਕਾਰੀ ਇਹੀ ਹੁੰਦੀ ਹੈ। ਸੋ ਸਲੂਟ ਆ ਜੀ, ਉਹ ਸਲੂਟ ਆ ਜੀ, ਉਹ ਗਲਤ ਨੂੰ ਗਲਤ ਤੇ ਸਹੀ ਨੂੰ ਸਹੀ ਕਹਿੰਦੇ ਨੇ ਜੀ। ਨਹੀਂ ਇੱਕ ਨਾ ਅੱਜ ਖਬਰ ਹੋ ਰਹੀ ਹੈ ਚਾਵਲਾ ਸਾਹਿਬ ਜਿਹੜੀ ਕਿ ਹਾਂਗਕਾਂਗ ਤੋਂ ਆ, ਸਾਹਮਣਾ ਦੀ ਗੱਲ ਆਪਾਂ ਕਰ ਰਹੇ ਨਾਲ ਅਖਬਾਰ ਦੀ ਗੱਲ ਕਰ ਰਹੇ, ਅਖਬਾਰ ਦੀ ਗੱਲ ਲੋਕਾਂ ਦੀ ਗੱਲ ਆਪਾਂ ਕਿੰਨੇ ਕਰਦੇ ਹਾਂ। ਹਾਂਗਕਾਂਗ ਦੇ ਵਿੱਚ ਇੱਕ ਅਖਬਾਰ ਹੈਗਾ ਐਪਲ ਡੇਲੀ ਬੰਦ ਹੋਇਆ। ਐਪਲ ਡੇਲੀ ਅਖਬਾਰ ਦੇ ਖਿਲਾਫ ਹਾਂਗਕਾਂਗ ਸਰਕਾਰ ਨੇ ਬੜੇ ਵੱਡੇ ਪੱਧਰ ਤੇ ਕੰਮ ਕੀਤਾ, ਦਫ਼ਤਰ ਬੰਦ ਕਰਤੇ ਉਹਦੇ ਪੱਤਰਕਾਰਾਂ ਦੇ, ਉਹਦੇ ਜਿਹੜੇ ਐਡੀਟਰ ਸੀ ਅੰਦਰ ਕਰ ਦਿੱਤੇ ਸਾਰੇ ਚੱਕ ਕੇ, ਉਹ ਪੱਤਰਕਾਰਾਂ ਦੇ ਕੇਸ ਦਰਜ ਕਰ ਦਿੱਤੇ ਗਏ। ਤੇ ਉਹਨਾਂ ਸੋਚਿਆ ਵੀ ਜਦੋਂ ਇੰਨਾ ਕੁਛ ਸਾਡੇ ਖਿਲਾਫ ਹੋ ਗਿਆ ਤੇ ਆਪਾਂ ਐਪਲ ਡੇਲੀ ਬੰਦ ਕਰ ਦਈਏ। ਉਹ ਬੰਦ ਕਰਨ ਦੀ ਵਿੱਚ ਆਪਾਂ ਜੋ ਇੱਕ ਆਖਰੀ ਕਾਪੀ ਛਾਪ ਲਈ 80,000 ਉਹਦੀ ਸਰਕੂਲੇਸ਼ਨ ਹੈਗੀ ਹੈ ਟੋਟਲੀ 80,000 ਸਰਕੂਲੇਸ਼ਨ ਹੈ, ਤੇ ਉਹ ਛਾਪੀ ਆਖਰੀ ਕਾਪੀ ਅਸੀਂ ਤੁਹਾਨੂੰ ਦੇ ਰਹੇ ਹਾਂ ਜੇ ਅਸੀਂ ਐਪਲ ਡੇਲੀ ਖਤਮ ਕਰਨ ਜਾ ਰਹੇ ਹਾਂ। ਤੁਸੀਂ ਹੈਰਾਨ ਹੋਵੋਗੇ ਹਾਂਗਕਾਂਗ ਦੇ ਵਿੱਚ 10 ਲੱਖ ਕਾਪੀਆਂ ਕੱਲ ਸ਼ਾਮ ਤੱਕ ਵਿਕ ਚੁੱਕੀਆਂ ਉਹਦੀਆਂ। ਬਿਲਕੁਲ ਉਸ ਅਖਬਾਰ ਨੂੰ ਲਾਈਨਾਂ 'ਚ ਲੱਗ ਕੇ ਲਈਆਂ। ਉਹ ਲੋਕਤੰਤਰ ਦਾ ਥੰਮ ਹੈ ਅਖਬਾਰ। ਉਹ ਅਖਬਾਰ ਵੀ ਹੈਗੇ ਜਿਹਨਾਂ ਤੋਂ ਲੋਕ ਐ ਨਾਲ ਖੜ ਜਾਂਦੇ ਆ। ਸਾਡੇ ਪੰਜਾਬ 'ਚ ਕਿਹੜਾ ਅਖਬਾਰ ਬੰਦ ਹੋਵੇ ਤੇ ਕਿਹੜਾ ਨਾਲ ਖੜਦਾ, ਲੋਕ ਖੜਨਗੇ ਨਹੀਂ ਖੜਨਗੇ। ਮੈਂ ਕਹਿੰਦਾ ਜੀ ਚੜ ਜਾ ਸੂਲੀ ਭਲੀ ਕਰੂ ਕਰਤਾਤ। ਮੈਂ ਤੇ ਤੁਹਾਨੂੰ ਕਈ ਵਾਰੀ ਰੋਣਾ ਕਿ ਅਸੀਂ ਤੇ ਕੁਛ ਵੀ ਨਹੀਂ। ਉਹ ਤਾਂ ਜਿਹੜਾ ਵਾ ਰਾਸ਼ਟਰਪਤੀ ਅਮਰੀਕਾ ਦੇ ਨੇ ਬਿਆਨ ਦਿੱਤਾ ਇਹਦੇ ਤੇ, ਇਸ ਅਖਬਾਰ ਦੇ ਉੱਤੇ ਲੋਕਤੰਤਰ ਸੰਸਥਾਵਾਂ ਤੇ ਕਿਹਾ ਇਹ ਕਰ ਰਿਹਾ ਹਮਲਾ। ਹਾਂਗਕਾਂਗ ਚੀਨ ਲੋਕਤੰਤਰ ਸੰਸਥਾਵਾਂ ਤੇ ਹਮਲਾ ਕਰ ਰਿਹਾ। ਨਾਲ ਉਹਨੇ ਇਹ ਵੀ ਕਿਹਾ ਕਿ ਅਮਰੀਕਾ ਦਾ, ਮੈਂ ਪੂਰੀ ਖਬਰ ਸੁਣਾਈ ਹੈ, ਰਾਸ਼ਟਰਪਤੀ ਜੋ ਬਾਈਡਨ ਜੀ ਨੇ ਕਿਹਾ ਹੈ ਕਿ ਪੱਤਰਕਾਰੀ ਕੋਈ ਗੁਨਾਹ ਨਹੀਂ ਹੈ। ਹਾਂਗਕਾਂਗ ਵਿੱਚ ਲੋਕਾਂ ਨੂੰ ਪ੍ਰੈਸ ਦੀ ਆਜ਼ਾਦੀ ਹੈ। ਬੀਜਿੰਗ ਹਾਂਗਕਾਂਗ ਨੂੰ ਬੁਨਿਆਦੀ ਸੁਤੰਤਰਤਾ ਦੀ ਆਜ਼ਾਦੀ ਨਹੀਂ ਦੇ ਰਿਹਾ। ਜੋ ਬਾਈਡਨ ਨੇ ਇਹ ਵੀ ਕਿਹਾ ਕਿ ਚੀਨ ਨੂੰ ਲੈ ਕੇ ਬੀਜਿੰਗ ਹਾਂਗਕਾਂਗ ਦੀ ਖੁਦ ਮੁਖਤਿਆਰੀ ਤੇ ਲੋਕਤੰਤਰੀ ਸੰਸਥਾਵਾਂ ਤੇ ਹਮਲਾ ਕਰ ਰਿਹਾ ਹੈ। ਉਹਨਾਂ ਨੇ ਕਿਹਾ ਕਿ ਅਸੀਂ ਹਾਂਗਕਾਂਗ ਵਿੱਚ ਲੋਕਾਂ ਦੀ ਮਦਦ ਜਾਰੀ ਰੱਖਣ ਤੋਂ ਪਿੱਛੋਂ ਨਹੀਂ ਹਟਾਂਗੇ। ਐਪਲ ਡੇਲੀ ਦੇ ਬੰਦ ਹੋਣ ਤੋਂ ਨਿਰਾਸ਼ ਵਿਖ ਰਹੇ ਅਮਰੀਕੀ ਰਾਸ਼ਟਰਪਤੀ ਨੇ ਕਿਹਾ ਹੈ ਕਿ ਹਾਂਗਕਾਂਗ ਅਤੇ ਪੂਰੀ ਦੁਨੀਆ ਵਿੱਚ ਮੀਡੀਆ ਦੀ ਆਜ਼ਾਦੀ ਲਈ ਅੱਜ ਬੇਹੱਦ ਬੁਰਾ ਦਿਨ ਹੈ, ਕਾਲਾ ਦਿਨ ਹੈ। ਹਾਂਜੀ, ਸੋ ਵੇਖੋ ਜਦੋਂ ਤੁਸੀਂ ਕੋਈ ਬੋਲਦੇ ਹੋ ਟਾਲਦੇ ਹੋ, ਤੁਹਾਡੇ ਨਾਲ ਜੇ ਬੰਦੇ ਖੜਦੇ ਨੇ ਤਾਂ ਉਹੀ ਖੜਦੇ ਨੇ ਜੋ ਤੁਹਾਨੂੰ ਸੁਣਨਾ ਚਾਹੁੰਦੇ ਨੇ। ਹਾਂਜੀ, ਇੱਥੇ ਕਈ ਇਹੋ ਜਿਹੇ ਵੀ ਹੈਗੇ ਨੇ ਮੇਰੇ ਵਰਗੇ ਜਿਹੜੇ ਹੁਣ ਤੁੱਛ ਜੀ, ਆਪਾਂ ਤਾਂ ਕੁਛ ਵੀ ਨਹੀਂ ਆ, ਸਾਡੇ ਕੋਲ ਕੀ ਆ। ਮੈਂ ਤਾਂ ਰੋਜ਼ ਹੀ ਕਹਿਣਾ ਕਿ ਪਤਾ ਕੋਈ ਨਹੀਂ ਆ। ਜਦੋਂ ਖੁੱਲ੍ਹਣਾ ਬਿਜ਼ਨਸਮੈਨ ਭਰਾਵਾਂ ਨੇ ਜਿਹਨੇ ਸਾਥ ਦਿੱਤਾ ਉਹਨਾਂ ਦਾ ਧੰਨਵਾਦ। ਅਸੀਂ 1 ਘੰਟਾ ਰੱਖਦੇ ਹਾਂ, 2 ਘੰਟੇ ਰੱਖਦੇ ਹਾਂ। ਮੈਂ ਤਾਂ ਕਲੀਅਰ ਕਰੀ ਜਾਂਦਾ, ਜਦੋਂ ਅਸੀਂ ਸਮਾਂ ਵਧਾਇਆ ਸੀ ਉਦੋਂ ਅਸੀਂ ਵੀ ਵਧਾਇਆ ਸੀਗਾ। ਅਸੀਂ 9 ਤੋਂ 11 ਕਰਦੇ ਸੀ, ਪਹਿਲਾਂ ਅਸੀਂ ਇੱਕ ਦਿਨ ਕਰਦੇ ਸੀ 9 ਤੋਂ 10, ਫਿਰ 10 ਤੋਂ 11 ਕਰਨ ਲੱਗ ਪਏ। ਪਹਿਲਾਂ 10 ਤੋਂ 11 ਕਰਦੇ ਸੀ, 9 ਤੋਂ 11 ਕਰਨ ਲੱਗ ਪਏ। ਉਦੋਂ ਵੀ ਖੁਸ਼ੀ ਹੋਈ ਮੈਨੂੰ, ਉਦੋਂ ਵੀ ਕੋਈ ਨਹੀਂ ਸੀਗਾ। ਹੁਣ ਵੀ ਜਿਹੜਾ ਹੈ 11 ਤੋਂ 12 ਕੀਤਾ, 8 ਤੋਂ 9 ਸਮਾਂ ਵਧਾਇਆ। ਜੇ ਅਸੀਂ ਸਮਾਂ ਘਟਾਵਾਂਗੇ ਤੇ 4 ਦਿਨ ਗੱਲਾਂ ਕਰਨਗੇ, ਆਹ ਬੜਾ ਸਮਾਂ ਲਿਆ ਸੀਗਾ, ਹੁਣ ਵਧਾਇਆ, ਚੱਲਿਆ ਨਹੀਂ। ਦੁਨੀਆ ਦੀਆਂ ਵੱਡੀਆਂ ਸੰਸਥਾਵਾਂ ਹਿੱਲੀਆਂ ਫਿਰਦੀਆਂ ਨੇ, ਦੁਨੀਆ ਦਾ ਵੱਡਾ ਮੀਡੀਆ ਹਿੱਲਿਆ ਫਿਰਦਾ। ਅਸੀਂ ਤਾਂ ਕੁਛ ਵੀ ਨਹੀਂ ਆ। ਹਾਊ ਵੀ ਕੈਨ ਅਫੋਰਡ $44,000 ਪਰ ਮੰਥ ਐਵਰੀ। ਜਦੋਂ ਇਹੋ ਜਿਹੀ ਸੈਸ਼ਨ ਦੇ ਵਿੱਚ ਅਸੀਂ 5 ਘੰਟੇ ਡੇਲੀ ਕਰਦੇ ਹਾਂ ਤੇ ਸਾਨੂੰ ਕੋਈ ਪੀ ਨਹੀਂ ਪਿਆ, ਅਸੀਂ 2 ਘੰਟੇ ਕਰਕੇ ਗੱਲ ਕਰ ਲਾਂਗੇ। ਤੇ ਪਰ ਅਫਸੋਸ ਹੁੰਦਾ ਹੈ ਕਿ ਇਹੋ ਜਿਹੇ ਲੋਕਾਂ ਦੀ ਜਦੋਂ ਤੁਸੀਂ ਕਹਿੰਦੇ ਹੋ ਬੜਾ ਚਾਵਲਾ ਜੀ ਟੀਮ ਤੁਹਾਡੀ ਬੜੀ ਫਟੇ ਚੱਕ ਹੈ, ਤੇ ਖਾਸ ਤੌਰ ਤੇ ਮੈਨੂੰ ਨਫ਼ਰਤ ਹੁੰਦੀ ਆ ਉਹਨਾਂ ਬਿਜ਼ਨਸਮੈਨਾਂ ਤੋਂ ਜੋ ਜੱਫੀ ਪਾ ਕੇ ਕਹਿੰਦੇ ਹੁੰਦੇ ਸੀ ਪਹਿਲੀਆਂ ਜ਼ਮਾਨਿਆਂ ਦੇ ਵਿੱਚ ਤੁਹਾਡੇ ਨਾਲ ਆ, ਚੈੱਕ ਬੁੱਕ ਵੀ ਅੱਗੇ ਰੱਖ ਦਿੰਦੇ ਸੀ, ਸਾਰੀ ਉਮਰ ਤੁਹਾਡੇ ਨਾਲ ਆ, ਸਾਥ ਦਿਓ, ਕੰਮ ਚਲਾ ਦਿਓ। ਚੱਲ ਪਏ, ਚੈੱਕ ਬੁੱਕਾਂ ਵੀ ਅੱਗੇ ਰੱਖੀਆਂ। ਅੱਜ ਕਿਤੇ ਐਡਾ ਹੋਰ ਚੱਲਦੀਆਂ ਤਾਂ ਮਨ ਦੁੱਖ ਹੁੰਦਾ। ਉਦੋਂ ਤੁਸੀਂ ਸਾਨੂੰ ਸ਼ਾਬਾਸ਼ ਕਰਦੇ ਸੀ, ਬੜੀ ਗੜਕ ਕੇ ਆਵਾਜ਼, ਤੁਸੀਂ ਕੌਮੀ ਆਵਾਜ਼ ਵੀ, ਸੱਚ ਵੀ ਕਹਿੰਦੇ ਹੋ, ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹੋ। ਪਰ ਮਨ ਉਦੋਂ ਦੁਖੀ ਹੁੰਦਾ ਜਦੋਂ ਜੱਫੀ ਪਾ ਕੇ ਕਹਿਣਾ ਸਾਨੂੰ ਵੀ ਬੱਲੇ ਫੱਟੇ ਚੱਕ ਦਿੰਦੇ ਚਾਵਲਾ ਜੀ, ਤੇ ਐਡ ਕਿਤੇ ਹੋਰ ਥਾਂ ਤੇ ਚੱਲ ਰਹੀ ਹੁੰਦੀ ਹੈ, ਉਦੋਂ ਦੁੱਖ ਲੱਗਦਾ। ਇਹ ਆ ਦੋਗਲਾਪਣ, ਇਹ ਆ ਘਟੀਆਪਣ, ਇਹ ਕਮੀਨਾਪਣ ਇਹਨੂੰ ਕਹਿੰਦੇ ਫੁਕਰੇਬਾਜ਼ੀ। ਸੋ ਅੱਜ ਵੇਖੋ ਤੁਸੀਂ ਸਾਹਮਣਾ ਦੀ ਗੱਲ ਕੀਤੀ ਤੇ ਕਿੱਥੇ ਆਪਾਂ ਚੱਲ ਗਏ ਹਾਂ। ਹਾਂਜੀ, ਅੰਤਰਰਾਸ਼ਟਰੀ ਪੱਧਰ ਤੇ ਚਰਚਾ ਹੋ ਰਹੀ ਹੈ ਨਾ ਮੀਡੀਆ ਦੀ। ਜਿਹੜਾ ਮੀਡੀਆ ਕੋਈ ਚੰਗਾ ਕਰਦਾ ਉਹਦੀ ਸਿਫਤ ਵੀ ਹੁੰਦੀ। ਅੱਛਾ, ਕਾਂਗਰਸ ਦੇ ਵਿੱਚ ਇੱਕ ਹੋਰ ਧੜਾਬੰਦੀਆਂ ਖਬਰਾਂ ਆ ਰਹੀਆਂ ਨੇ, ਕੀ ਕਹਿਣਾ ਚਾਹੋਗੇ? ਹਾਂ, ਚਲੋ ਹੁਣ ਥੋੜਾ ਏਦਾਂ ਬਣ ਗਿਆ ਵੀ ਦੇਖੋ ਨਾ, ਜਦੋਂ ਫਤਿਹਜੰਗ ਸਿੰਘ ਬਾਜਵਾ ਨੇ ਆਪਣੇ ਮੁੰਡੇ ਦੀ ਨੌਕਰੀ ਕੁਇਟ ਕੀਤੀ ਨਾ, ਛੱਡੀ ਨੌਕਰੀ ਵੀ ਲੈਣੀ ਨਹੀਂ ਅਸੀਂ, ਤਾਂ ਉਹਦੇ ਦੋਸ਼ ਲਾਏ ਸੁਖ ਸਰਕਾਰੀਆ ਵਰਗੇ ਬੰਦਿਆਂ ਤੇ, ਸੁਨੀਲ ਜਾਖੜ ਵਰਗੇ ਬੰਦਿਆਂ ਤੇ। ਇਹ ਦੋਸ਼ ਲਾਏ ਕਿ ਤੁਸੀਂ ਵੀ ਆਪਣੇ ਹੁਣ ਜਿਹੜੇ ਮੁੰਡੇ ਨੌਕਰੀ ਲੱਗੇ ਆ, ਸਾਰੇ ਤੁਹਾਡੇ ਬੱਚੇ, ਉਹਨਾਂ ਨੂੰ ਵੀ ਤੁਸੀਂ ਨੌਕਰੀ ਚੱਲਣ ਵਾਸਤੇ ਕਹੋ।
ਤੇ ਉਹਨੇ ਕਾਫੀ ਇਹਨਾਂ ਤੇ ਆਪਣੇ ਕਾਂਗਰਸ ਦੇ ਦੋਸ਼ ਲਾਏ ਤੇ ਉਸ ਸੰਬੰਧ ਵਿੱਚ ਸੁਨੀਲ ਜਾਖੜ ਵਰਗਾ ਪ੍ਰਧਾਨ ਜਿਹੜਾ ਬੰਦਾ ਹੈਗਾ ਨਾ, ਉਹ ਬੋਲਦਾ ਦਿੰਦਾ, ਉਹ ਵੀ ਬੋਲਿਆ, ਕਹਿੰਦਾ ਆਪਣੀਆਂ ਗਲਤੀਆਂ ਛੁਪਾਉਣ ਦੇ ਲਈ ਕਿਸੇ ਹੋਰ ਤੇ ਦੋਸ਼ ਮਤ ਦਿਓ, ਇਹ ਤੁਸੀਂ ਤੁਹਾਡੀਆਂ ਗਲਤੀਆਂ ਹੈਗੀਆਂ ਨੇ, ਤੁਸੀਂ ਦੋਸ਼ ਨਾ ਕਿਸੇ ਦੇ ਦਿਓ, ਤੁਸੀਂ ਮਾਫੀ ਮੰਗੋ ਸਗੋਂ ਪੂਰੇ ਪੰਜਾਬ ਤੋਂ ਕਿ ਇਹ ਗਲਤ ਹੋਇਆ ਹੈਗਾ, ਤੁਹਾਡੇ ਵੱਲੋਂ ਗਲਤ ਕੀਤਾ ਗਿਆ। ਹੁਣ ਇਹ ਜਿਹੜਾ ਪਹਿਲਾਂ ਧੜਾ ਸਿਰਫ ਇੰਨਾ ਹੀ ਸੀਗਾ ਕਿ ਨਵਜੋਤ ਸਿੱਧੂ ਇੱਕ ਪਾਸੇ ਬੈਠਾ ਸੀ, ਦੂਜੇ ਪਾਸੇ ਹੁਣ ਇੱਕ ਜਿਹੜਾ ਫਤਿਹਜੰਗ ਸਿੰਘ ਬਾਜਵਾ ਤੇ ਸੁਨੀਲ ਜਾਖੜ ਦਾ ਧੜਾ ਆਮੋ ਸਾਹਮਣੇ ਆ ਗਿਆ, ਬਿਲਕੁਲ ਸਪਸ਼ਟ ਹੋ ਗਿਆ। ਕਾਂਗਰਸ ਦੇ ਵਿੱਚ ਇੱਕ ਟੁਕੜਾ ਹੋਰ ਬਣ ਗਿਆ, ਇੱਕ ਟੁਕੜੇ ਦੀ ਗੱਲ ਹੋਰ ਹੋਣ ਲੱਗ ਪਈ ਆ। ਹੋਣੀ ਵੀ ਚਾਵਾ ਸਾਵੇ ਨੌਕਰੀਆਂ ਦੇਣਾ, ਇਹ ਕੈਪਟਨ ਅਮਰਿੰਦਰ ਸਿੰਘ ਦੂਰ ਅੰਦੇਸ਼ੀ ਦਾ ਇੱਕ ਜਲੂਸ ਨਿਕਲਿਆ। ਕੈਪਟਨ ਅਮਰਿੰਦਰ ਨੂੰ ਇਸ ਦੂਰ ਅੰਦੇਸ਼ੀ ਤੋਂ ਪਰੇ ਰਹਿ ਗਏ ਹੋ, ਕਿਉਂਕਿ ਉਹਨਾਂ ਨੂੰ ਇਸ ਗੱਲ ਦਾ ਇਲਮ ਹੋਣਾ ਚਾਹੀਦਾ ਵੀ 37 ਸਾਲ ਪੁਰਾਣੀਆਂ ਗੱਲਾਂ ਤੇ ਨੌਕਰੀ ਦੇਣੀਆਂ ਵਾਜਬ ਨਹੀਂ ਹੈਗੀਆਂ। ਦਿੱਤੀਆਂ ਉਹਨੇ, ਘਿਰ ਗਏ ਉਹ ਬੁਰੀ ਤਰ੍ਹਾਂ ਘਿਰੇ, ਤੇ ਅੱਜ ਕੀ ਉਹਦੇ ਹੀ ਗਲਤੀ ਦਾ ਨਤੀਜਾ ਕਿ ਕਾਂਗਰਸ ਵਿੱਚ ਇੱਕ ਟੁਕੜਾ ਹੋਰ ਬਣ ਗਿਆ। ਚਲੋ ਸਰ, ਦਾਨੀਆਂ ਦੀ ਜੇਕਰ ਗੱਲ ਕਰੀਏ ਤਾਂ ਕਿਸੇ ਵੇਲੇ ਕਿਸੇ ਕੋ ਕੁਝ ਵੀ ਨਹੀਂ ਹੁੰਦਾ ਤੇ ਉਹ ਦੁਨੀਆ ਦਾ ਸਭ ਤੋਂ ਵੱਡਾ ਦਾਨੀ ਹੋਰ ਨਿਬੜਦਾ। ਹਾਂਜੀ, ਬੰਦਾ ਤਾਂ ਵੈਸੇ ਜਦੋਂ ਇੱਕ ਦਾਨ ਆਪਣੇ ਵੱਲੋਂ ਦਾਨ ਕਰ ਸਕਦਾ ਹੈ। ਜਦੋਂ ਤੁਸੀਂ ਸਾਡੇ ਇੱਥੇ ਕੈਨੇਡਾ ਦੇ ਵਿੱਚ ਹੈਲਥ ਕਾਰਡ ਬਣਦਾ ਤੇ ਸਾਡੇ ਪੁੱਛਿਆ ਜਾਂਦਾ ਕਿ ਵੀ ਤੁਹਾਡੇ ਜਿਹੜੇ ਅੰਗ ਨੇ ਉਹ ਤੁਸੀਂ ਦਾਨ ਕਰਨਾ ਚਾਹੁੰਦੇ ਹੋ, ਤੇ ਜਿਹੜੇ ਸੂਝਵਾਨ ਪੜ੍ਹੇ ਲਿਖੇ ਨੇ ਉਹ ਤਾਂ ਸਮਝਦੇ ਆ ਕਿ ਮਿੱਟੀ ਨੇ ਮਿੱਟੀ ਦੇ ਵਿੱਚ ਰਲ ਜਾਣਾ ਹੈ ਤੇ ਮਿੱਟੀ ਨੇ ਮਿੱਟੀ ਹੋਣਾ, ਤੇ ਉਹ ਤਾਂ ਦਾਨ ਕਰ ਦਿੰਦੇ ਨੇ। ਤੇ ਕਈ ਜਿਹੜੇ ਕਹਿੰਦੇ ਨੇ ਕਿ ਐਵੇਂ ਉੱਥੇ ਰਾਹ ਦੇ ਵਿੱਚ ਠੇਡੇ ਖਾਂਦੇ ਫਿਰਾਂਗੇ, ਅੱਖਾਂ ਕੋ ਦਾਨ ਕਰਨੀ ਹੈ, ਹੈ ਨਾ, ਜੇ ਭੁੱਖ ਲੱਗ ਗਈ ਤਾਂ ਸਾਡੇ ਕੋਲੋਂ ਖਾਵਾਂਗੇ ਕਿਵੇਂ, ਪੀਵਾਂਗੇ ਕਿਵੇਂ, ਸਾਡਾ ਨਹੀਂ ਮਨ ਮੰਨਦਾ ਅਜੇ। ਉਹ ਵੀ ਦਾਨੀ ਨੇ ਜੋ ਦਾਨ ਕਰ ਜਾਂਦੇ ਨੇ। ਦਾਨੀਆਂ ਵਿੱਚ ਭਾਰਤ ਤੋਂ ਸਭ ਤੋਂ ਉੱਤੇ ਜਿਹੜੇ ਨੇ ਟਾਟਾ, ਹਾਂਜੀ, ਨੈਟਵਰਥ ਜਿਹੜੀ ਆਬਾਨੀਆਂ ਦੀ ਉਹਦੇ ਤੋਂ ਵੀ ਵੱਧ ਟਾਟਾ ਵਾਲੇ ਨੇ ਦਾਨ ਕੀਤਾ ਹੈ। ਔਰ ਪਹਿਲੀ ਵਾਰ ਨਹੀਂ ਹੈ, ਇਹਨਾਂ ਦੀਆਂ ਕਹਾਣੀਆਂ ਪਹਿਲਾਂ ਵੀ ਪੜ੍ਹਦੇ ਰਹੇ ਹਾਂ। 7.6 ਲੱਖ ਕਰੋੜ ਰੁਪਏ ਇਹ ਜਿਹੜੀ ਹੈ ਨੈਟਵਰਥ ਹੈ ਜੀ, ਔਰ ਖਾਸ ਤੌਰ 'ਤੇ ਦਾਨ ਕੀਤੇ ਨੇ। ਕੀ ਕਹਿਣਾ ਚਾਹੋਗੇ? 6.2 ਲੱਖ ਕਰੋੜ ਹੈ ਨੈਟਵਰਥ ਉਹਦੀ ਮੁਕੇਸ਼ ਦੀ, ਤੇ 7.60 ਮੁਕੇਸ਼ ਅਬਾਨੀ ਦੀ ਕੁੱਲ ਆਮਦਨ ਨੈਟਵਰਥ 6.2 ਲੱਖ ਕਰੋੜ ਹੈਗੀ ਆ ਚਾਵਲਾ ਸਾਹਿਬ। ਤੇ ਸਾਡੇ ਟਾਟਾ ਜੀ ਜਿਹੜੇ ਇੱਕ ਨੰਬਰ ਤੇ ਆਏ ਨੇ, ਇਹ ਰਿਪੋਰਟ ਹੈਗੀ ਆ ਫੋਰਨ ਰਿਸਰਚ ਆਫ ਐਂਡ ਲਗਿਵ ਫਾਊਂਡੇਸ਼ਨ। ਇਹਨਾਂ ਨੇ ਨਾ ਇਹ ਅੰਤਰਰਾਸ਼ਟਰੀ ਪੱਧਰ ਤੇ ਇਹਨਾਂ ਨੇ ਡਾਟਾ ਇਕੱਠਾ ਕੀਤਾ। ਡਾਟਾ ਇਕੱਠਾ ਕਰਕੇ ਇਹਨਾਂ ਨੇ ਇੱਕ ਰਿਪੋਰਟ ਤਿਆਰ ਕੀਤੀ ਹੈ ਜਿਹਦੇ ਵਿੱਚ ਕਿ ਪਿਛਲੇ 100 ਸਾਲਾਂ ਦੇ ਦਾਨੀ ਇਕੱਠੇ ਕੀਤੇ ਆ। ਪਿਛਲੇ 100 ਸਾਲਾਂ ਦਾਨੀ ਦੇ ਵਿੱਚ ਸਭ ਤੋਂ ਟੌਪ ਦੇ ਜਿਹੜਾ ਟਾਟਾ ਜਿਹੜਾ ਗਰੁੱਪ ਹੈ, ਟਾਟਾ ਸਮਝ ਸਭ ਤੋਂ ਉੱਪਰ ਗਿਆ, ਭਾਰਤ ਦਾ ਹੈ। ਨਾਲੇ ਵੱਡੀ ਗੱਲ ਇਹ ਆ ਕਿ ਦੁਨੀਆ ਵਿੱਚ ਸਭ ਤੋਂ ਵੱਧ ਦਾਨ ਕਰਨ ਵਾਲਾ ਇਨਸਾਨ ਭਾਰਤ ਹੈ, ਤੇ ਉਹ ਟਾਟਾ ਗਰੁੱਪ ਹੈਗਾ। ਤੇ ਉਸ ਨੇ 7.60 ਲੱਖ ਕਰੋੜ ਰੁਪਈਆ ਦਾਨ ਕੀਤਾ ਹੈਗਾ। ਤੇ ਬਿਲ ਗੇਟਸ ਤੇ ਮੋਲੈਂਡ ਫ੍ਰੈਂਚ ਗੇਟਸ ਨੇ, ਅਮਰੀਕਾ ਦਾ ਹੈਗਾ, ਇਹ 5.53 ਲੱਖ ਕਰੋੜ ਦਾਨ ਕੀਤਾ। ਹੈਨਰੀ ਵੈਲਕਮ ਬ੍ਰਿਟੇਨ ਦੇ ਨੇ 4.20 ਲੱਖ ਕਰੋੜ ਦਾ। ਹਾਵਰਡ ਹਾਜ਼ਿਸ ਅਮਰੀਕਾ ਦੇ ਨੇ 2.86 ਲੱਖ ਕਰੋੜ ਦਾ ਦਾਨ ਕੀਤਾ। ਏਦਾਂ ਬੜੀ ਵੱਡੀ ਲਿਸਟ ਹੈਗੀ ਆ ਦਾਨ ਕਰਨ ਦੀ ਵੱਖੋ ਵੱਖਰੀ। ਪਰ ਇੱਥੇ ਚਰਚਾ ਹੁਣ ਹੋ ਗਈ ਹੈ ਵੀ ਮੁਕੇਸ਼ ਅਬਾਨੀ ਵਰਗੇ ਬੰਦਿਆਂ ਨੇ ਕੀ ਦਾਨ ਕੀਤਾ, ਅਡਾਨੀ ਵਰਗੇ ਬੰਦਿਆਂ ਨੇ ਕੀ ਦਾਨ ਕੀਤਾ, ਉਹ ਕੀ ਦਾਨ ਕਰਨਗੇ। ਤੇ ਉਹਦਾ ਆਪਣੀ ਨੈਟਵਰਥ ਵਧਾਉਣ ਤੇ ਲੱਗੇ ਹੋਏ ਨੇ। ਭਾਰਤ ਦੇ ਦੁਨੀਆ ਦੇ ਸਭ ਤੋਂ ਵੱਡੇ ਦਾਨੀ ਕੌਣ ਦੇ ਵੱਲ ਉਹ ਬਦਲੇ ਨੇ। ਸਭ ਤੋਂ ਵੱਡੇ ਨਾ ਦਾਨੀ, ਸਭ ਤੋਂ ਵੱਡੇ ਅਮੀਰ ਆਦਮੀ, ਦਾਨੀ ਨਹੀਂ, ਬਿਲਕੁਲ ਸਭ ਤੋਂ ਵੱਡੇ ਅਮੀਰ ਆਦਮੀ ਬਣਨ ਦੀ ਲਿਸਟ ਵਿੱਚ ਪੈਣ ਵਾਸਤੇ ਕੰਮ ਕਰ ਰਿਹਾ, ਨਾ ਕਿ ਕੋਈ ਦਾਨ ਕਰਨ ਲਿਸਟ ਵਾਲੇ ਕੰਮ ਕਰ ਰਿਹਾ। ਇਹ ਹੈ ਸਾਡੇ ਭਾਰਤ ਦਾ ਨਵਾਂ ਮੋਦੀ ਦਾ ਭਾਰਤ ਚੱਲ ਰਿਹਾ। ਵਾਹ ਵਾਹ, ਕੀ ਬਾਤ। ਥੈਂਕ ਯੂ ਵੈਰੀ ਮਚ, ਸੋ ਨਾਈਸ ਆਫ ਯੂ। ਥੈਂਕ ਯੂ, ਥੈਂਕ ਯੂ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ, CNN ਟੋਰਾਂਟੋ।